ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਧੰਨ ਵਾਹਿਗੁਰੂ ਸਾਹਿਬ जियो हम अवगुण भरे एक गुण नाही अमृत छाड़ बिखै बिख खाई माया मोह भरम पै भूले सुत दारा सो प्रीत लगाई माया मोह भरम पै भूले सुत दारा सो प्रीत लगाई एक उत्तम पंथ सुनियो गुर संगत तेह मिलंत जम त्रास मिटाई एक अरदास भाट कीरत की गुर रामदास राखो शरणाई सज्जन सच्चा पातशाहो सिर साहां दै साहो जिस पास बैठिया सोही है सबना दा विसाहो सज्जन सच्चा पातशाहो सिर साहां दै साहो जिस पास बैठिया सोही है सबना दा विसाहो सतनाम श्री वाहिगुरु साहिब जी सोरठ महला पहला जिनी सतगुर सेविया प्यारे तिनके साथ तरे तिना ठाक ना पाइया प्यारे अमृत रसन हरे बूढ़े भारे पै बिना प्यारे तारे नदर करे जिनी सतगुर सेविया प्यारे तिनके साथ तरे तिना ठाक ना पाइया प्यारे अमृत रसन हरे बूढ़े भारे पै बिना प्यारे तारे नदर करे पी तू है सलाहना प्यारे पी तेरी सलाह विण बोहित पै डुबिया प्यारे कंदी पाए कहाह
ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ। ਵਿਣ ਬੋਹਿਥ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਜਿੱਥੋਂ ਆਪ ਜੀ ਰੋਜ਼ਾਨਾ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮੇ ਦੀ ਵਿਚਾਰ ਵਿਦਵਾਨ ਗੁਰਮੁਖਾਂ ਤੋਂ ਸਰਵਣ ਕਰ ਦੇਖੋ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਜੀ ਨੇ ਜੋ ਪਾਵਨ ਪਵਿੱਤਰ ਹੁਕਮ ਰੂਪ ਸ਼ਬਦ ਦੀ ਬਖਸ਼ਿਸ਼ ਕੀਤੀ ਹੈ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅਸ਼ਟਪਦੀ ਰੂਪ ਵਿੱਚ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ। ਇੱਕ ਇੱਕ ਪਦੇ ਵਿੱਚ ਤਿੰਨ ਤਿੰਨ ਤੁਕਾਂ ਨੇ, ਦੋ ਰਹਾਉ ਦੀਆਂ ਤੁਕਾਂ ਨੇ। ਆਓ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਸਤਿਗੁਰਾਂ ਦੀ ਮਿਹਰ ਨਾਲ ਕਰ ਸਕੀਏ। ਔਰ ਦੂਸਰਾ, ਜਿਹੜੇ ਅੱਜ ਕੱਲ੍ਹ ਦਿਨ ਚੱਲ ਰਹੇ ਨੇ, ਗੁਰਦੁਆਰਾ ਨਨਕਾਣਾ ਸਾਹਿਬ ਜੀ ਦੇ ਸਾਕੇ ਨਾਲ ਸੰਬੰਧਿਤ, ਭਾਵੇਂ ਉਸ ਸਾਕੇ ਦੇ ਸੰਬੰਧ ਵਿੱਚ ਸੰਖੇਪ ਅਤੀ ਸਨਮਾਨਯੋਗ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਕੱਲ ਆਪ ਜੀ ਨਾਲ ਵਿਚਾਰ ਕਰਕੇ ਵੀ ਗਏ ਨੇ, ਪਰ ਇਸ ਸਾਕੇ ਦਾ ਜੋ ਵਰਤਾਰਾ ਹੈ ਉਹ 4 ਦਿਨਾਂ ਦਾ ਹੈ। ਅਸੀਂ ਜੇ ਦੇਖੀਏ ਅੰਗਰੇਜ਼ੀ ਤਰੀਕ ਮੁਤਾਬਕ 20 ਫਰਵਰੀ 21, 22 ਤੇ 23, ਜੋ ਦੇਸੀ ਮਹੀਨੇ ਦੀ ਤਾਰੀਖ ਸੀ 10 ਫੱਗਣ, 11, 12 ਤੇ 13 ਫੱਗਣ, ਉਸ ਸੰਬੰਧੀ ਵੀ ਜੇ ਸਮੇਂ ਦੀ ਬਚਤ ਹੋਈ ਜ਼ਰੂਰ ਵਿਚਾਰ ਕਰਾਂਗੇ। ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਹੈ, ਧੰਨ ਗੁਰੂ ਰਾਮਦਾਸ ਸਭ ਦੀ ਇੱਜ਼ਤ ਪਰਦੇ ਢੱਕਣ ਵਾਲੇ ਸਤਿਗੁਰੂ ਜੀ, ਆਪ ਜੀ ਆਪਣੀ ਬਖਸ਼ਿਸ਼ ਮਿਹਰ ਕਰੋ। ਆਪ ਵਿੱਚ ਵਰਤ ਕੇ ਸਤਿਗੁਰੂ ਭੈ ਭਾਵਨਾ ਸ਼ਰਧਾ ਅਕੀਦਤ ਨਾਲ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਆਪ ਜੋ ਇਸ ਅਸਥਾਨ ਤੇ ਸੰਗਤ ਹਾਜ਼ਰ ਹੈ, ਜਾਂ ਆਪ ਜੀ ਦੇਸ਼ ਵਿਦੇਸ਼ ਵਿੱਚ ਘਰਾਂ ਵਿੱਚ ਬੈਠੇ ਰੋਜ਼ਾਨਾ ਹੁਕਮ ਦੀ ਵਿਚਾਰ ਸਰਵਣ ਕਰਦੇ ਹੋ, ਬਖਸ਼ੋ ਅਸੀਸ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਰਾਗ ਸੋਰਠ ਹੈ ਔਰ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਆਦਿ ਗੁਰੂ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਅੰਮ੍ਰਿਤ ਬਚਨ ਨੇ ਔਰ ਬਾਣੀ ਦੇ ਉਚਾਰਨ ਕਰਤਿਆਂ ਨੇ ਜੋ ਸ਼ਰਧਾ, ਜੋ ਭਾਵਨਾ ਗੁਰੂ ਨਾਨਕ ਸਾਹਿਬ ਜੀ ਬਾਰੇ ਪ੍ਰਗਟ ਕੀਤੀ ਹੈ ਧੁਰ ਅੰਦਰ ਤੋਂ, ਸੱਚ ਇਹ ਵੇ ਉਸ ਦਾ ਕੋਈ ਵੀ ਸਾਨੀ ਨਹੀਂ। ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਬਾਣੀ 'ਚ ਪੜ੍ਹਦੇ ਹਾਂ, ਜਦੋਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਾਂ ਸਤਿਗੁਰਾਂ ਜੀ ਦੇ ਇਹ ਅੰਮ੍ਰਿਤ ਬਚਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇੱਥੋਂ ਤੱਕ ਕਿ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣੇ, ਜਿਹੜਾ ਪੜ੍ਹੇਗਾ, ਜਿਸ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੀਦਾਰ ਕੀਤੇ, ਉਹ ਜਨਮ ਔਰ ਮਰਨ ਤੋਂ ਮੁਕਤ ਹੋ ਗਿਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਧਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 19 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ ਔਰ ਅੱਜ ਇਹ ਸੋਰਠ ਰਾਗ ਵਿੱਚ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਸਤਿਗੁਰ ਸੇਵਿਆ ਪਿਆਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਰੰਭ ਚ ਬਖਸ਼ਿਸ਼ ਕਰਦੇ ਨੇ। ਪਿਆਰੇ ਦਾ ਅਰਥ ਹੈ ਪਿਆਰੇ ਸੱਜਣ, ਹੈ ਸੱਜਣ, ਹੈ ਪਿਆਰਿਆ, ਜਿਨ੍ਹਾਂ ਨੇ ਸਮਰੱਥ ਸਤਿਗੁਰੂ ਜੀ ਨੂੰ ਸੇਵਿਆ ਹੈ, ਜਿਨ੍ਹਾਂ ਨੇ ਸਮਰੱਥ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ। ਤਿੰਨ ਕੇ ਸਾਥ ਤਰੇ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਸੇਵਿਆ ਹੈ, ਉਹਨਾਂ ਗੁਰਮੁਖਾਂ ਦੀ ਜਿਹੜਾ ਸੰਗਤ ਕਰਦਾ ਹੈ, ਜਿਹੜਾ ਉਹਨਾਂ ਦੇ ਸਾਥ ਹੈ ਜਾਂ ਉਹਨਾਂ ਦੀ ਸੰਗਤ ਵਿੱਚ ਰਹਿੰਦਾ ਹੈ, ਉਹ ਆਪ ਤਾਂ ਤਰੇ ਹੀ ਹਨ, ਤੇ ਜਿਹੜਾ ਉਹਨਾਂ ਦੀ ਸੰਗਤ ਕਰਦਾ, ਉਹਨਾਂ ਦੇ ਸਾਥ, ਉਹਨਾਂ ਦੇ ਕਾਫਿਲੇ, ਉਹਨਾਂ ਦੇ ਨਾਲ ਰਹਿਣ ਵਾਲੇ ਸੰਗੀ ਜਿਹੜੇ ਨੇ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਤਿੰਨਾ ਠਾਕ ਨਾ ਪਾਈਐ ਪਿਆਰੇ। ਜਿਨ੍ਹਾਂ ਨੇ ਸਮਰੱਥ ਸਤਿਗੁਰੂ ਜੀ ਨੂੰ ਸੇਵਿਆ ਹੈ, ਠਾਕ ਦਾ ਲਫ਼ਜ਼ੀ ਅਰਥ ਕਰਾਂਗੇ ਰੁਕਾਵਟ, ਕਿਸੇ ਚੀਜ਼ ਨੂੰ ਰੋਕਣਾ। ਕਹਿੰਦੇ ਉਹਨਾਂ ਦਾ ਕੋਈ ਵੀ ਰਸਤਾ ਨਹੀਂ ਰੋਕ ਸਕਦਾ ਅਧਿਆਤਮਕ, ਨਾ ਵਕਾਰ, ਨਾ ਬਾਹਰ ਸੰਸਾਰ ਦਾ ਕੋਈ ਬੰਦਾ, ਕੋਈ ਚੀਜ਼ ਵੀ ਉਹਨਾਂ ਦੇ ਰਸਤੇ ਦਾ ਰੋੜਾ ਨਹੀਂ ਬਣ ਸਕਦੀ, ਉਹਨਾਂ ਨੂੰ ਅਟਕਾ ਨਹੀਂ ਸਕਦੀ, ਉਹਨਾਂ ਨੂੰ ਠਾਕ ਨਹੀਂ ਪਾ ਸਕਦੀ। ਕਿਹਨਾਂ ਨੂੰ? ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਹੈ। ਅੰਮ੍ਰਿਤ ਰਸਨ ਹਰੇ। ਔਰ ਉਹਨਾਂ ਗੁਰਮੁਖਾਂ ਦੇ ਇਹ ਸ਼ਬਦ ਤਿੰਨ, ਅੰਮ੍ਰਿਤ ਰਸਨ ਖਰੇ। ਖਰੇ ਦਾ ਅਰਥ ਹੈ ਖਰੀ ਪਰਮਾਤਮਾ, ਅੰਮ੍ਰਿਤ ਦਾ ਅਰਥ ਹੈ ਨਾਮ ਰੂਪੀ ਅੰਮ੍ਰਿਤ। ਕਹਿੰਦੇ ਉਹਨਾਂ ਗੁਰਮੁਖਾਂ ਦੀ ਰਸਨਾ ਦੇ ਉੱਤੇ ਖਰੀ ਪਰਮੇਸ਼ਵਰ ਦਾ ਨਾਮ ਅੰਮ੍ਰਿਤ ਹੈ, ਉਹ ਨਾਮ ਅੰਮ੍ਰਿਤ ਦਾ ਰਸ ਚੱਖਦੇ ਨੇ। ਇਹਨਾਂ ਦੋ ਤੁਕਾਂ ਦੇ ਅਰਥ ਹੋ ਗਏ ਕਿ ਜਿਨ੍ਹਾਂ ਨੇ ਸਮਰੱਥ ਸਤਿਗੁਰੂ ਜੀ ਨੂੰ ਸੇਵਿਆ ਹੈ, ਉਹਨਾਂ ਦੀ ਸੰਗਤ ਕਰਨ ਵਾਲੇ ਸਤ ਸੰਗੀ ਵੀ ਤਰ ਜਾਂਦੇ ਨੇ। ਉਹਨਾਂ ਗੁਰਮੁਖਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਉਹਨਾਂ ਦੀ ਰਸਨਾ ਉੱਪਰ ਖਰੀ ਪਰਮੇਸ਼ਵਰ ਦਾ ਨਾਮ ਅੰਮ੍ਰਿਤ ਹੈ। ਬੂਢੇ ਭਾਰੇ ਭੈ ਬਿਨਾ ਪਿਆਰੇ। ਬੂਢੇ ਭਾਰੇ ਭੈ ਬਿਨਾ ਪਿਆਰੇ। ਬੂਢੇ ਦਾ ਅਰਥ ਡੁੱਬ ਗਏ ਨੇ,
ਭਾਰੇ ਦਾ ਲਫ਼ਜ਼ੀ ਅਰਥ ਆਪਾਂ ਸਾਰੇ ਜਾਣਿਆ ਵਜ਼ਨਦਾਰ, ਜਿਨ੍ਹਾਂ ਦਾ ਵਜ਼ਨ ਬਹੁਤ ਹੋਵੇ। ਮਹਾਰਾਜ ਕਹਿੰਦੇ ਜਿਨ੍ਹਾਂ ਲੋਕਾਂ ਦੇ ਅੰਦਰ ਪਰਮੇਸ਼ਵਰ ਜੀ ਦਾ ਭੈ ਨਹੀਂ, ਜਿਨ੍ਹਾਂ ਅੰਦਰ ਸਮਰੱਥ ਸਤਿਗੁਰੂ ਦਾ ਕੋਈ ਅਦਬ ਨਹੀਂ, ਉਹ ਵਾਸ਼ਨਾ ਦੇ ਭਾਰ ਨਾਲ, ਆਪਣੇ ਪਾਪਾਂ ਦੇ ਕਰਮਾਂ ਦੇ ਭਾਰ ਨਾਲ, ਆਪਾਂ ਆਪਣੇ ਕੀਤੇ ਹੋਏ ਮੰਦ ਭਾਗ ਕਰਮਾਂ ਕਰਕੇ ਇੰਨੇ ਕੁ ਭਾਰੇ ਹੋ ਚੁੱਕੇ ਨੇ ਕਿ ਆਪਣੇ ਪਾਪ ਕਰਮਾਂ ਦੇ ਭਾਰ ਨਾਲ ਹੀ ਡੁੱਬ ਗਏ, ਕਿਉਂਕਿ ਉਹਨਾਂ ਅੰਦਰ ਪਰਮੇਸ਼ਵਰ ਦਾ ਭੈ ਨਹੀਂ। ਤਾਰੇ ਨਦਰ ਕਰੇ। ਪਰ ਇੱਕ ਸਤਿਗੁਰਾਂ ਨੇ ਹੋਰ ਇੱਥੇ ਬਖਸ਼ਿਸ਼ ਕਰ ਦਿੱਤੀ। ਕਹਿੰਦੇ ਨੇ ਭਾਈ ਮਾੜੇ ਕਰਮਾਂ ਦੇ ਭਾਰ ਕਰਕੇ, ਉਂਝ ਤਾਂ ਸਤਿਗੁਰਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਇਹ ਸਾਰੇ ਭਾਰ ਵਾਲੀਆਂ ਚੀਜ਼ਾਂ ਦਸੀਆਂ ਨੇ। ਪਰ ਕਹਿੰਦੇ ਨੇ ਜਿਨ੍ਹਾਂ ਉੱਪਰ ਵਾਹਿਗੁਰੂ ਜੀ ਦੀ ਨਜ਼ਰ ਹੋ ਜਾਏ, ਉਹ ਸੱਚੀ ਮੁੱਚੀ ਹੋ ਜਾਏ, ਭਾਰੇ ਬੰਦਿਆਂ ਨੂੰ ਵੀ ਤਾਰ ਦਿੰਦਾ ਹੈ। ਇਹ ਸਤਿਗੁਰਾਂ ਦੀ ਇਸ ਅਸ਼ਟਪਦੀ ਦੇ ਪਹਿਲਾ ਜਿਹੜਾ ਪਦਾ ਹੈ ਉਹਦੀਆਂ 3 ਤੁਕਾਂ ਨੇ। ਇਹਦੇ ਸੰਖੇਪ ਜੀ ਵਿਆਖਿਆ ਕਿ ਜਿਨ੍ਹਾਂ ਨੂੰ ਸਮਰੱਥ ਸਤਿਗੁਰੂ ਪ੍ਰਤੀ ਭਾਵਨਾ ਬਣ ਜਾਏ, ਸੱਚ ਇਹ ਵੇ ਕਿ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਆ। ਜਿਵੇਂ ਅਸੀਂ ਸਤਿਗੁਰੂ ਜੀ ਦੇ ਬਚਨ ਪੜ੍ਹਨੇ ਆ, ਜਿਨਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਵੀ ਪਾਰ ਉਤਾਰਾ ਹੈ। ਭਾਈ ਗੁਰਦਾਸ ਸਾਹਿਬ ਤਾਂ ਕਹਿੰਦੇ ਨੇ ਆਪ ਤਰੇ ਤਰੇਰ ਸਰੀਠਾ, ਇਹੋ ਜਿਹਾ ਗੁਰਮੁਖ ਆਪ ਤਰਦੇ ਨੇ ਤੇ ਸੱਚ ਇਹ ਵੇ ਸ੍ਰਿਸ਼ਟੀ ਨੂੰ ਤਾਰਨ ਦੀ ਸਮਰੱਥਾ ਰੱਖਦੇ ਨੇ। ਦੂਸਰੀ ਗੱਲ, ਉਹਨਾਂ ਦੇ ਰਸਤੇ ਵਿੱਚ ਕੋਈ ਚੀਜ਼ ਰੁਕਾਵਟ ਨਹੀਂ ਆ ਸਕਦੀ। ਇਹਦਾ ਮਤਲਬ ਰੁਕਾਵਟਾਂ ਪੈਦਾ ਕੀਤੀਆਂ ਜਾਂਦੀਆਂ ਨੇ। ਆਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੁਕਾਵਟ ਬਣਦੇ ਨੇ। ਗੁਰਮੁਖੋ ਸੰਸਾਰ ਦੇ ਲੋਕ ਰੁਕਾਵਟ ਬਣਦੇ ਨੇ। ਪਰ ਜਿਨ੍ਹਾਂ ਨੂੰ ਸਤਿਗੁਰੂ ਨੂੰ ਚੇਤੇ ਕੀਤਾ ਹੈ, ਯਾਦ ਰੱਖੋ ਕਿ ਜਿਵੇਂ ਇੱਕ ਚਸ਼ਮੇ ਦਾ ਪਾਣੀ ਤੇਜ਼ ਪ੍ਰਵਾਹ ਨਾਲ ਚੱਲਦਾ ਹੈ, ਉਹ ਚਟਾਨਾਂ ਨੂੰ ਵੀ ਰੋੜ ਕੇ ਲੈ ਜਾਂਦਾ ਹੈ। ਉਹਦੇ ਰਸਤੇ ਵਿੱਚ ਨਾ ਕੋਈ ਚਟਾਨ, ਨਾ ਕੋਈ ਪਹਾੜੀ, ਨਾ ਕੋਈ ਰੁੱਖ, ਚੱਲਦੇ ਹੋਏ ਪ੍ਰਵਾਹ ਪਾਣੀ ਨੂੰ ਕੋਈ ਨਹੀਂ ਰੋਕ ਸਕਦਾ। ਸੱਚ ਇਹ ਵੀ ਜਿਹਦੇ ਅੰਦਰ ਵਾਹਿਗੁਰੂ ਜੀ ਦੀ ਕਿਰਪਾ ਵਰਤ ਜਾਏ, ਨਾ ਉਹਨੂੰ ਵਕਾਰ ਰੋਕ ਸਕਦਾ, ਨਾ ਸੰਸਾਰ ਰੋਕ ਸਕਦਾ। ਇਸੇ ਨੂੰ ਸਤਿਗੁਰਾਂ ਨੇ ਕਿਹਾ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਕਾ ਡੇਰਾ ਭੰਨਾ। ਉਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ। ਪਰਮਾਤਮਾ ਨੇ ਬੰਨ ਮਾਰ ਦਿੱਤਾ, ਉਹਨਾਂ ਵੱਲ ਕੋਈ ਵਾਸ਼ਨਾ ਆਵੇ ਨਾ। ਇਹ ਸਤਿਗੁਰਾਂ ਨੇ ਪਹਿਲੇ ਤੁਕਾਂ ਵਿੱਚ, ਪਹਿਲੇ ਪਦੇ ਵਿੱਚ ਬਖਸ਼ਿਸ਼ ਕੀਤੀ ਹੈ। ਭੀ ਤੂੰ ਹੈ ਸਾਲਾਹਣਾ ਪਿਆਰੇ। ਕਹਿੰਦੇ ਨੇ ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਆਪ ਜੀ ਸਲਾਹਣ ਯੋਗ ਹੋ, ਆਪ ਜੀ ਦੀ ਸਿਫਤ ਕਰਨੀ ਚਾਹੀਦੀ ਹੈ। ਭੀ ਤੇਰੀ ਸਾਲਾਹ, ਤੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਹੀ ਸਿਫਤ ਕਰੀਏ। ਵਿਣ ਬੋਹਿਤ ਭੈ ਡੁੱਬੀਐ ਪਿਆਰੇ। ਵਿਣ ਬੋਹਿਤ ਭੈ ਡੁੱਬੀਐ ਪਿਆਰੇ। ਬੋਹਿਤ ਦਾ ਲਫ਼ਜ਼ੀ ਅਰਥ ਹੈ ਜਹਾਜ਼, ਭੈ ਦਾ ਅਰਥ ਹੈ ਡਰ। ਸੱਚ ਇਹ ਵੇ, ਇਹ ਸੰਸਾਰ ਨੂੰ ਸਤਿਗੁਰਾਂ ਨੇ ਸਮੁੰਦਰ ਨਾਲ ਵੀ ਤੁਲਨਾ ਦਿੱਤੀ। ਇਹ ਸਾਗਰ ਵੀ ਆਪਾਂ ਪੜ੍ਹਨੇ ਆ। ਮਹਾਰਾਜ ਕਹਿੰਦੇ ਨੇ ਕਿ ਇਸ ਸੰਸਾਰ ਸਮੁੰਦਰ ਦੇ ਭੈ ਵਿੱਚ ਬੜੇ ਬੰਦੇ ਨੇ, ਉਹ ਜਿਹੜੇ ਜਹਾਜ਼ ਤੋਂ ਬਿਨਾ, ਬੋਹਿਤ ਤੋਂ ਬਿਨਾ ਡੁੱਬ ਗਏ। ਇਹਦਾ ਭਾਵ ਅਰਥ ਇਹ ਹੋਇਆ ਕਿ ਸਤਿਗੁਰੂ ਪਰਮੇਸ਼ਵਰ ਕਾ ਨਾਮ ਜਹਾਜ਼ ਹੈ। ਸੰਸਾਰ ਵਿੱਚ ਖਿਨ ਖਿਨ ਭੈ ਵਿਆਪਦਾ ਹੈ। ਅਨੇਕਾਂ ਜੀਵ ਐਸੇ ਨੇ ਜਿਹੜੇ ਸੱਚੀ ਮੁੱਚੀ ਸੰਸਾਰ ਦੇ ਤੋਖਲੇ ਵਿੱਚ ਨਾਮ ਨਾ ਜਪਣ ਕਰਕੇ ਸਤਿਗੁਰੂ ਦਾ ਪੱਲਾ ਨਹੀਂ ਪਕੜਿਆ। ਜਹਾਜ਼ ਇਹਨਾਂ ਕੋਲ ਹੈ ਨਹੀਂ ਤੇ ਉਸ ਵਿੱਚ ਡੁੱਬ ਗਏ ਹਨ। ਕੰਦੀ ਪਾਏ ਕਹਾਹ। ਕੰਦੀ ਦਾ ਅਰਥ ਹੈ ਕਿਨਾਰਾ, ਕਹਾ ਦਾ ਅਰਥ ਹੈ ਕਿੱਥੇ। ਕਿ ਭਾਈ ਜਿਹੜੇ ਬੰਦੇ ਅੱਧ ਵਿਚਕਾਰੇ ਡੁੱਬ ਗਏ ਨੇ ਸਮੁੰਦਰ ਦੇ, ਉਹ ਕਿਹੜੇ ਕੰਢੇ ਤੇ ਜਾ ਕੇ ਹੱਥ ਪਾਣਗੇ। ਇਹਦਾ ਭਾਵ ਇਹ ਹੈ ਕਿ ਭਾਈ ਪਰਮੇਸ਼ਵਰ ਦੀ ਸਿਫਤ ਜਿਹੜੀ ਹੈ ਉਹ ਸਭ ਤੋਂ ਉੱਤਮ ਹੈ। ਜਿਹੜਾ ਪਰਮਾਤਮਾ ਦੀ ਸਿਫਤ ਕਰਦਾ ਹੈ, ਸੱਚ ਇਹ ਵੇ ਉਦੋਂ ਵੱਡੀ ਕੋਈ ਬਾਦਸ਼ਾਹੀ ਹੈ ਹੀ ਨਹੀਂ। ਅਸੀਂ ਸਤਿਗੁਰੂ ਜੀ ਦੇ ਬਚਨ ਪੜ੍ਹਨੇ ਆ। ਦਾਸ ਨੇ ਕਈ ਵਾਰੀ ਇੱਥੇ ਅਰਜ਼ ਕੀਤੀ, ਗੁਰਮਖੋ ਜਿਹੜੀ ਬਾਣੀ ਰੂਪ ਚ, ਕੀਰਤਨ ਰੂਪ ਚ, ਸ਼ਬਦ ਰੂਪ ਚ ਆਪਾਂ ਸਿਮਰਨ ਰੂਪ ਜਿਹੜੀ ਸਿਫਤ ਕਰਨੇ ਆ, ਇਹ ਸਿਫਤ ਕੇਵਲ ਜ਼ਬਾਨੀ ਕਲਾਮੀ ਸ਼ਬਦ ਨਹੀਂ ਕਿ ਮੂੰਹ ਚੋਂ ਸ਼ਬਦ ਨਿਕਲਿਆ ਬਸ ਵਿਅਰਥ ਚਲਾ ਗਿਆ। ਨਹੀਂ ਪਿਆਰਿਓ, ਹਰ ਸਿਮਰਨ में आप निरंकारा है।
ਸਿਮਰਨ ਦੇ ਵਿੱਚ ਆਪ ਨਿਰੰਕਾਰ ਦੀ ਵਰਤਦੇ ਆ। ਤੇ ਜਦੋਂ ਕੋਈ ਉਸ ਦੀਆਂ ਸਿਫਤਾਂ ਕਰਦਾ ਹੈ, ਇੱਥੇ ਇੱਕ ਹੋਰ ਬੇਨਤੀ, ਪਰਮੇਸ਼ਵਰ ਨੂੰ ਸਿਫਤਾਂ ਦੀ ਭੁੱਖ ਨਹੀਂ। ਜਿਵੇਂ ਦੁਨੀਆਦਾਰ ਕੋਈ ਬੰਦਾ 4 ਸ਼ਬਦ ਕੋਈ ਉਸਤਤ ਦੇ ਕਹਿ ਦੇ, ਉਹਦਾ ਰੰਗ ਹੋਰ ਹੋ ਜਾਂਦਾ ਚਿਹਰੇ ਦਾ, ਨਿੰਦਿਆ ਕਰੇ ਫੇਸ ਦਾ ਰੰਗ ਹੋਰ ਹੋ ਜਾਂਦਾ। ਜੇ ਕੋਈ ਸਾਰਾ ਸੰਸਾਰ ਸਿਫਤ ਨਾਮ ਹੀ ਕਰੇ ਤੇ ਪਰਮੇਸ਼ਵਰ ਦਾ ਕੁਛ ਨਹੀਂ ਘਟਣਾ। ਇਹ ਸਿਫਤ ਇਸ ਕਰਕੇ ਕਰਨੇ ਆ, ਸਿਫਤ ਕਰ ਕਰਕੇ ਸਾਡਾ ਸੰਬੰਧ ਵਾਹਿਗੁਰੂ ਜੀ ਨਾਲ ਬਣ ਜਾਂਦਾ। ਇਸ ਨੂੰ ਫਿਰ ਬੇਨਤੀ ਨੂੰ ਸੁਣਿਓ। ਅਸੀਂ ਸਤਿਗੁਰਾਂ ਦਾ ਇੱਕ ਬਚਨ ਰੋਜ਼ ਪੜ੍ਹਨੇ ਆ ਜਪਜੀ ਸਾਹਿਬ ਵਿੱਚ, ਕਿਉਂਕਿ ਸਿਫਤ ਸਲਾਹ ਰੱਬ ਦੀ ਦਾਤ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਜਿਹਨੂੰ ਸਿਫਤ ਸਲਾਹ ਮਿਲ ਜਾਏ। ਇੱਕ ਸਤਿਗੁਰਾਂ ਦੀ ਪੌੜੀ ਹੈ, ਸਾਹ ਲਾਹੀ ਸਾਹ ਲਾਹੇ। ਸੌ ਲਾਉਣ ਯੋਗ ਪਰਮਾਤਮਾ ਦੀਆਂ ਸਿਫਤ ਸਲਾਹਾਂ ਕਰਨੀ ਚਾਹੀਦੀ ਹੈ। ਪਰ ਸਿਫਤ ਸਲਾਹ ਦਾ ਸੰਬੰਧ ਸਾਡੇ ਅੰਦਰ ਦੀ ਸੁਰਤ ਨੂੰ ਉਸ ਵਾਹਿਗੁਰੂ ਨਾਲ ਅਭੇਦ ਕਰ ਦੇਣਾ ਜਿਹਦੀ ਸਿਫਤ ਕਰ ਰਹੇ ਹਾਂ। ਕਿਵੇਂ? ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ, ਜਿਵੇਂ ਬਾਰਿਸ਼ ਪੈਣ ਦੇ ਨਾਲ, ਮੀਂਹ ਪੈਣ ਦੇ ਨਾਲ ਨਦੀਆਂ ਤੇ ਨਾਲਿਆਂ ਦਾ ਬਰਸਾਤੀ ਪਾਣੀ ਸਮੁੰਦਰ ਵਿੱਚ ਅਭੇਦ ਹੋ ਜਾਂਦਾ ਹੈ। ਜਿਹੜੇ ਇਨਸਾਨ ਪਰਮੇਸ਼ਵਰ ਜੀ ਦੀ ਸਿਫਤ ਸਲਾਹ ਕਰਦੇ ਨੇ, ਸਿਫਤ ਸਲਾਹ ਇੱਕ ਪ੍ਰਵਾਹ ਦੀ ਤਰ੍ਹਾਂ ਹੈ, ਇਨਸਾਨ ਨੂੰ ਵਾਹਿਗੁਰੂ ਦੇ ਵਿੱਚ ਅਭੇਦ ਕਰ ਦਿੰਦੀ ਹੈ। ਸਾਹ ਲਾਹੀ ਸਾਹ ਲਾਹੇ ਇਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ। ਪਿਆਰਿਓ, ਨਦੀਆਂ ਤੇ ਨਾਲੇ ਸਮੁੰਦਰ ਵਿੱਚ ਅਭੇਦ ਹੋ ਜਾਂਦੇ ਆ, ਪਰ ਉਹਨਾਂ ਦਾ ਕੋਈ ਪਹਿਚਾਨ ਨਹੀਂ ਹੁੰਦੀ, ਉਹ ਵੱਖਰੇ ਨਹੀਂ ਹੋ ਸਕਦੇ। ਇਸੇ ਤਰ੍ਹਾਂ ਸਿਫਤ ਕਰਨ ਵਾਲਾ ਇੱਕ ਦਿਨ ਪਰਮੇਸ਼ਵਰ ਵਿੱਚ ਅਭੇਦ ਹੋ ਜਾਂਦਾ ਹੈ। ਮਹਾਰਾਜ ਨੇ ਬਾਣੀ ਵਿੱਚ ਕਿਹਾ ਕਿ ਸੱਚੇ ਸਾਹਿਬ ਦੀ ਸਿਫਤ ਕਰੋ ਤੇ ਉਸ ਵਿੱਚ ਸਾਨੂੰ ਅਭੇਦਤਾ ਮਿਲਦੀ ਹੈ। ਤੇ ਸਤਿਗੁਰੂ ਕਹਿ ਰਿਹਾ ਕਿ ਪਰਮੇਸ਼ਵਰ ਦੀ ਸਿਫਤ ਕਰੋ, ਸਲਾਉਣ ਯੋਗ ਹੈ। ਜਿਨ੍ਹਾਂ ਸਿਫਤ ਨਹੀਂ ਕੀਤੀ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਗਏ, ਉਹਨਾਂ ਨੂੰ ਕੰਡਾ ਨਹੀਂ ਲੱਭਦਾ। ਰਹਾਉ। ਇਹ 2 ਤੁਕਾਂ ਸਤਿਗੁਰਾਂ ਨੇ ਰਹਾਉ ਦੀਆਂ ਬਖਸ਼ਿਸ਼ ਕੀਤੀਆਂ ਹਨ। ਸਾਲਾਹੀ ਸਾਲਾਹਣਾ ਪਿਆਰੇ। ਪਿਆਰਿਓ, ਉਸ ਵਿਆਪਾਰ ਬ੍ਰਹਮ ਪਰਮੇਸ਼ਵਰ ਨੂੰ ਸਿਫਤ ਸਲਾਹ ਕਰੀਏ, ਉਹ ਹੀ ਕੇਵਲ ਸਲਾਉਣ ਯੋਗ ਹੈ। ਦੂਜਾ ਅਵਰ ਨਾ ਕੋਏ। ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਤੁਲ, ਉਹਦੇ ਮੁਕਾਬਲੇ ਹੋਰ ਦੂਜਾ ਕੋਈ ਨਹੀਂ ਕਿ ਜਿਸ ਦੀ ਅਸੀਂ ਪਰਮੇਸ਼ਵਰ ਤੁਲ ਸਿਫਤ ਕਰ ਸਕੀਏ। ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ। ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਜਿਹੜੇ ਮੇਰੇ ਖਰੀ ਪਰਮਾਤਮਾ ਵਾਹਿਗੁਰੂ ਜੀ ਦੀਆਂ ਸਿਫਤਾਂ ਕਰਦੇ ਨੇ, ਜਿਹੜੇ ਉਹਦਾ ਸਿਮਰਨ ਕਰਦੇ ਹਨ। ਸ਼ਬਦ ਰਤੇ ਰੰਗ ਹੋਏ। ਜਿੰਨੀ ਉਹ ਪਰਮੇਸ਼ਵਰ ਦੀ ਸ਼ਬਦ ਵਿੱਚ ਭਿੱਜ ਕੇ, ਇਉਂ ਕਹਿ ਲੋ ਸ਼ਬਦ ਰੂਪ ਉਹ ਸਿਫਤ ਕਰਦੇ ਨੇ, ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਰੰਗ, ਪਰਮੇਸ਼ਵਰ ਦਾ ਪਿਆਰ ਹੋਰ ਜ਼ਿਆਦਾ ਬਣਦਾ ਹੈ। ਤਿਸ ਕੀ ਸੰਗਤ ਜੇ ਮਿਲੈ ਪਿਆਰੇ। ਤੇ ਇਹੋ ਜੀ ਗੁਰਮੁਖ ਰੂ ਜਿਹੜੀ 8 ਪੈਰ ਪਰਮਾਤਮਾ ਦੀ ਸਿਫਤ ਵਿੱਚ ਜੁੜੀ ਹੈ, ਜੇ ਉਸ ਗੁਰਮੁਖ ਦੀ ਸੰਗਤ ਮਿਲ ਜਾਏ, ਰਸ ਲੈ ਤਤ ਵੇਲੋਏ। ਉਸ ਦੀ ਸੰਗਤ ਵਿੱਚ ਇਹ ਹੁੰਦਾ ਹੈ, ਜੋ ਇਬਾਦਤ ਬੰਦਗੀ ਸਿਮਰਨ ਕਰ ਰਿਹਾ, ਸਲਾਹ ਰਿਹਾ ਹੈ, ਉਸ ਦੀ ਸੰਗਤ ਕਰਦਿਆਂ ਨਾਮ ਜਪਣ ਦਾ ਰਸ ਆਉਂਦਾ ਹੈ। ਫਿਰ ਇਨਸਾਨ ਉਹਦੀ ਸੰਗਤ ਵਿੱਚ ਸੱਚ ਐਵੇਂ ਆਪਣੇ ਅੰਦਰ ਨੂੰ ਰਿੜਕਦਾ ਹੈ, ਵਿਲੋਂਦਾ ਹੈ। ਇਉਂ ਕਹਾਂ ਕਿ ਜਦੋਂ ਗੁਰਮੁਖ ਕਿਸੇ, ਫਿਰ ਬੇਨਤੀ ਸੁਣਿਓ, ਪਖੰਡ ਪਰਪੰਚ ਦੀ ਗੱਲ ਨਹੀਂ ਹੋ ਰਹੀ, ਜਿਹੜਾ ਸੱਚਮੁੱਚ ਜੀਉ ਨਿਰਮਲ ਬਾਹਰੋਂ ਨਿਰਮਲ ਹੈ, ਜਿਹੜਾ ਸੱਚਮੁੱਚ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜਾ ਸੱਚਮੁੱਚ ਰੱਤੇ ਸਹੀ ਜੇ ਮੁਖ ਨਾ ਮੁੜਾਨ ਜਿਨੀ ਸੰਝਾਤਾ ਸਾਈਂ, ਜਦੋਂ ਉਹਨਾਂ ਦੀ ਕੋਈ ਸੰਗਤ ਕਰਦਾ ਹੈ, ਫਿਰ ਨਾਮ ਜਪਦਿਆਂ ਜਪਦਿਆਂ ਆਪਣੇ ਸਰੀਰ ਨੂੰ ਰਿੜਕਦਾ ਹੈ। ਗੁਰਮੁਖੋ, ਇਹਦੇ ਵਿੱਚੋਂ ਤਤ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਅਸੀਂ ਪਾਠ ਕਰਨੇ ਆ ਸੂਈ ਰਾਗ 'ਚ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਕੋ ਜਾਵੋ, ਦੁੱਧ ਕਰਮ ਫਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ ਰਹਾਓ, ਇਹ ਮਨ ਈਟੀ ਖਾਤ ਕਰੋ ਫਨ ਨੇਤਰੋ, ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ। ਇਸ ਤਰ੍ਹਾਂ ਨਾਮ ਜਪ ਜਪ ਕੇ ਆਪਣੇ ਆਪ ਨੂੰ ਰਿੜਕਦੇ ਨੇ, ਮੱਥਦੇ ਨੇ। ਤੇ ਮਹਾਰਾਜ ਕਹਿੰਦੇ ਨੇ, ਦੁੱਧ
ਦਹੀਂ ਬਣ ਜਾਏ ਜੰਮਿਆ ਹੋਇਆ, ਉਹਨੂੰ ਰਿੜਕੋ ਤੇ ਵਿੱਚੋਂ ਮੱਖਣ ਨਿਕਲਦਾ ਹੈ, ਜਿਹੜਾ ਗੁਰੂ ਸ਼ਬਦ ਆਪਣੀ ਰਸਨਾ ਨੂੰ ਮਧਾਣੀ ਬਣਾ ਕੇ ਅੰਦਰ ਨੂੰ ਰਿੜਕਦਾ ਹੈ, ਇਸ ਸਰੀਰ ਦੇ ਵਿੱਚੋਂ ਅੰਮ੍ਰਿਤ ਪ੍ਰਗਟ ਹੁੰਦਾ ਹੈ। ਰਸਨਾ ਨਾਮ ਜਪੋ ਤਾਂ ਮਥਿਐ ਇਨ ਬਿਦ ਅੰਮ੍ਰਿਤ ਭਾਵ। ਕਹਿੰਦੇ ਨੇ ਭਾਈ ਉਹਨਾਂ ਗੁਰਮੁਖ ਦੀ ਸੰਗਤ ਕਰਕੇ ਨਾਮ ਦਾ ਰਸ ਲੈਂਦਾ ਹੈ, ਆਪਣੇ ਅੰਦਰ ਨੂੰ ਵਿਰੋਲ ਕੇ ਤਤ ਪਰਮੇਸ਼ਵਰ ਦੀ ਪ੍ਰਾਪਤੀ ਕਰਦਾ ਹੈ। ਪਤ ਪਰਵਾਨਾ ਸਾਚ ਕਾ ਪਿਆਰੇ। ਪਤ ਪਰਵਾਨਾ ਸਾਚ ਕਾ ਪਿਆਰੇ। ਪਤ ਦਾ ਅਰਥ ਅਸੀਂ ਇੱਥੇ ਇੱਜ਼ਤ ਕਰਾਂਗੇ ਜੀ। ਪਰਵਾਨਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਰਾਹਦਾਰੀ। ਸਾਚ ਕਾ ਦਾ ਅਰਥ ਹੈ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਸਿਮਰਨ ਦਾ। ਕਹਿੰਦੇ ਪਿਆਰਿਓ, ਜਿਹੜਾ ਆਪ ਜੀ ਸਤਨਾਮ ਵਾਹਿਗੁਰੂ ਜਪ ਰਹੇ ਹੋ, ਮੇਰੇ ਕਹਿਣ ਤੋਂ ਮੁਰਾਦ ਅਸੀਂ ਕੀਰਤਨ ਪਾਠ ਜਿਹੜੀ ਸਿਫਤ ਕਰਨੇ ਆ, ਇਹ ਸਾਰਿਆਂ ਦੀ ਰਾਹਦਾਰੀ ਤਿਆਰ ਹੁੰਦੀ ਪਈ ਹੈ। ਫਿਰ ਬੇਨਤੀ ਸੁਣਿਓ ਕਿ ਅੱਜ ਵੀ ਜਦੋਂ ਕੋਈ ਸਮਾਨ ਖਰੀਦਦਾ ਹੈ ਤੇ ਉਹਦਾ ਪੇਪਰ ਵਰਕ ਹੁੰਦਾ, ਉਹਦੀ ਰਾਹਦਾਰੀ ਬਣਦੀ ਹੈ। ਹਾਲਾਂਕਿ ਸਮਾਨ ਟਰੱਕ ਦੇ ਵਿੱਚ ਲੋਡ ਹੋਵੇ, ਉੱਤੇ ਤਰਪਾਲ ਪਾਈ ਹੋਵੇ, ਢੱਕਿਆ ਹੋਵੇ, ਤੇ ਜਦੋਂ ਕੋਈ ਆਦਮੀ ਆਪਣੇ ਸਮਾਨ ਦੀ ਰਾਹਦਾਰੀ ਦਿਖਾ ਦਿੰਦਾ ਹੈ ਤੇ ਨਾਕੇ ਵਾਲੇ ਉਹਨੂੰ ਰੋਕਦੇ ਨਹੀਂ, ਉਹ ਆਪਣੀ ਮੰਜ਼ਿਲ ਵੱਲ ਚਲਾ ਜਾਂਦਾ ਹੈ। ਜਿਹੜਾ ਆਪਾਂ ਸਿਮਰਨ, ਨਾਮ, ਸੇਵਾ, ਇਬਾਦਤ, ਇਹ ਕੇਵਲ ਕਹਿਣ ਮਾਤਰ ਨਹੀਂ, ਗੁਰਮੁਖੀ ਰੋਜ਼ ਸਾਡੀ ਰਾਹਦਾਰੀ ਤਿਆਰ ਹੁੰਦੀ ਪਈ ਹੈ। ਤੇ ਇਹ ਉਹ ਰਾਹਦਾਰੀ ਹੈ ਜਿਹੜੀ ਪਰਮੇਸ਼ਵਰ ਦੀ ਦਰਗਾਹ ਤੱਕ ਲੈ ਕੇ ਜਾਂਦੀ ਹੈ। ਨਾਮ ਸੱਚਾ ਨਿਸ਼ਾਨ। ਜਦੋਂ ਰਾਹਦਾਰੀ ਤਿਆਰ ਹੁੰਦੀ ਏ, ਉਹਦੇ ਉੱਤੇ ਕਾਗਜ਼ ਤੇ ਮੋਹਰ ਲੱਗਦੀ ਏ, ਸਟੈਂਪ ਲਾਉਂਦੇ ਆ ਨਾ ਜੀ। ਮਹਾਰਾਜ ਕਹਿੰਦੇ ਭਾਈ ਤੇਰੀ ਇਹ ਰਾਹਦਾਰੀ ਤਿਆਰ ਹੋ ਗਈ ਏ ਤੇ ਸੱਚੇ ਵਾਹਿਗੁਰੂ ਜੀ ਦੇ ਨਾਮ ਦਾ ਨਿਸ਼ਾਨ, ਉਹਦੀ ਮੋਹਰ ਲੱਗੀ ਹੈ। ਆਇਆ ਲਿਖ ਲੈ ਜਾਵਣਾ ਪਿਆਰੇ। ਜੋ ਇਸ ਸੰਸਾਰ ਵਿੱਚ ਆਇਆ ਗੁਰਮੁਖੋ, ਉਹਨੇ ਇੱਕ ਦਿਨ ਸੰਸਾਰ ਜੋ ਲਿਖਿਆ ਹੈ ਉਹਨੇ ਲੈ ਕੇ ਜਾਣਾ ਹੈ। ਹੁਕਮੀ ਹੁਕਮ ਪਛਾਣ। ਪਰ ਉਹ ਗੁਰਮੁਖ ਰੂਹਾਂ ਜਿਹੜੀਆਂ ਹੁਕਮੀ ਹੁਕਮ ਪਛਾਣ, ਹੁਕਮੀ ਦਾ ਅਰਥ ਇੱਥੇ ਪਰਮੇਸ਼ਵਰ, ਜਿਹੜੇ ਪਰਮੇਸ਼ਵਰ ਦੀ ਕਿਰਪਾ ਨਾਲ ਉਹਦੇ ਹੁਕਮ ਨੂੰ ਪਹਿਚਾਨਦੇ ਹਨ। ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ। ਪਰ ਹੇ ਪਿਆਰੇ, ਹੇ ਸੱਜਣ, ਸਤਿਗੁਰੂ ਤੋਂ ਬਿਨਾ ਪਰਮੇਸ਼ਵਰ ਦਾ ਹੁਕਮ ਸਮਝ ਨਹੀਂ ਪੈਂਦਾ। ਸਾਚੇ ਸਾਚਾ ਤਾਣ। ਉਸ ਪਾਰ ਬ੍ਰਹਮ ਪਰਮੇਸ਼ਵਰ ਜੋ ਆਪ ਸੱਚ ਨੇ, ਉਹਨਾਂ ਦਾ ਤਾਣ, ਉਹਨਾਂ ਦਾ ਬਲ ਵੀ ਸੱਚ ਹੈ। ਹੁਕਮੈ ਅੰਦਰ ਨਿਮਿਆ ਪਿਆਰੇ। ਦੇਖੋ ਉਸ ਦੈਵੀ ਹੁਕਮ ਦੇ ਅੰਦਰ ਜੀਵ ਜਿਹੜਾ ਹੈ ਉਹ ਮਾਂ ਦੇ ਪੇਟ ਵਿੱਚ ਟਿਕਦਾ ਹੈ। ਨਿਮਿਆਂ ਦਾ ਅਰਥ ਆਪਾਂ ਕਰਾਂਗੇ ਟਿਕ ਜਾਣਾ, ਨਿਵਾਸ ਕਰ ਲੈਣਾ। ਹੁਕਮ ਤੋਂ ਬਿਨਾ ਨਹੀਂ ਜੀ। ਸੱਚ ਇਹ ਵੇ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜ਼ਿੰਦਗੀ ਹੈ। ਅਸੀਂ ਤਾਂ ਸਤਿਗੁਰਾਂ ਦੇ ਬਚਨ ਪਹਿਲੀ ਬਾਣੀ 'ਚ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਜੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਹੁਕਮ ਤੋਂ ਬਿਨਾ, ਫਿਰ ਬੇਨਤੀ ਸੁਣਿਓ, ਪਤਾ ਨਹੀਂ ਕਿੰਨੇ ਕਿੰਨੇ ਨਿੱਕੇ ਨਿੱਕੇ ਸੈੱਲ ਹੁੰਦੇ ਆ ਜਨਮ ਲੈਣ ਲਈ, ਪਰ ਜਿਹਦੇ ਲਈ ਦੈਵੀ ਹੁਕਮ ਹੁੰਦਾ ਹੈ, ਮਾਂ ਦੇ ਪੇਟ ਵਿੱਚ ਥਾਂ ਉਹਨੂੰ ਮਿਲਦੀ। ਸਿੱਧੀ ਗੱਲ, ਮਾਤਾ ਦੇ ਉਦਰ 'ਚ ਨਿਵਾਸ। ਹੁਕਮ ਦੇ ਵਿੱਚ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਹੁਕਮ ਤੋਂ ਬਿਨਾ ਤਾਂ ਭਾਈ ਮਾਤਾ ਦੇ ਉਦਰ 'ਚ ਕੋਈ ਟਿਕ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਦੈਵੀ ਹੁਕਮ ਵਰਤਿਆ ਤੇ ਜੀਵ ਦਾ ਨਿਵਾਸ ਮਾਂ ਦੇ ਉਦਰ ਵਿੱਚ ਹੋਇਆ ਹੈ। ਹੁਕਮੈ ਉਦਰ ਮਝਾਰ। ਪਹਿਲਾਂ ਇਹ ਨਿਮਿਆਂ ਹੈ, ਨਿਮਿਆਂ ਦਾ ਅਰਥ ਕਰਾਂਗੇ ਆਪਾਂ ਟਿਕ ਜਾਣਾ। ਉਸ ਤੋਂ ਬਾਅਦ ਫਿਰ ਇਹਦਾ ਕਈ ਮਹੀਨੇ ਵਿਕਾਸ ਹੁੰਦਾ ਹੈ ਤੇ ਉਹ ਵਿਕਾਸ ਦਾ ਵੇਲਾ ਜਦੋਂ ਇਹਦਾ ਸਰੀਰ ਬਣਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ 10 ਮਾਸੀ 9 ਮਹੀਨੇ ਜਨਮ ਬਾਅਦ ਜਨਮ ਹੁੰਦਾ ਹੈ, ਪਰ 6 ਮਹੀਨਿਆਂ 'ਚ ਪੂਰਾ ਸਰੀਰ ਤਿਆਰ ਹੋ ਜਾਂਦਾ। ਗੰਢੇਂਦਿਆਂ 6 ਮਾਹ, 6 ਮਹੀਨੇ 'ਚ। ਪਰ ਮਹਾਰਾਜ ਕਿਉਂ ਜੋ ਕੁਝ ਗੰਢ ਰਿਹਾ ਹੈ, ਜਿਹੜਾ ਤੇਰੀਆਂ ਨਾੜੀਆਂ ਬਣਾ ਰਿਹਾ ਹੈ, ਜਿਹੜਾ ਤੇਰੇ ਨਾੜੀਆਂ ਦੇ ਵਿੱਚ ਸੁਰਾਖ ਕਰ ਰਿਹਾ ਹੈ, ਵਾਲਾਂ ਨਾਲੋਂ ਬਰੀਕ ਨਾੜੀਆਂ ਵਿੱਚ ਖੂਨ ਜਿਹੜਾ ਉਹ ਪ੍ਰਵਾਹ ਹੋ ਰਿਹਾ ਹੈ, ਇਹ ਸਾਰੀ ਦੀ ਸਾਰੀ ਬੰਤਰ ਉਹਦੇ ਹੁਕਮ ਦੇ ਵਿੱਚ ਬਣਦੀ ਪਈ ਹੈ। ਦੈਵੀ ਹੁਕਮ ਹੈ, ਉਸ ਵਿੱਚ ਤੂੰ ਟਿਕਿਆ, ਉਸ ਵਿੱਚ ਤੂੰ ਫਿਰ ਤੇਰਾ ਉੱਥੇ ਵਿਸਤਾਰ ਹੋਇਆ ਹੈ। ਹੁਕਮੈ ਅੰਦਰ ਜੰਮਿਆ ਪਿਆਰੇ। ਵੇਖੋ, ਹੁਕਮ ਵਿੱਚ ਨਮਿਆ, ਹੁਕਮ ਵਿੱਚ ਨਿਵਾਸ
ਤੇ ਜਾਂ ਤਿਸ ਭਾਣਾ ਤਾਂ ਜੰਮਿਆ। ਫਿਰ ਉਸ ਵਾਹਿਗੁਰੂ ਜੀ ਦਾ ਹੁਕਮ ਹੋਇਆ ਤੇ ਜੀਵ ਦਾ ਜਨਮ ਹੁੰਦਾ ਹੈ। ਉਦੋ ਸਿਰ ਕੈ ਭਾਰ, ਉਦੋਂ ਸਿਰ ਕੈ ਭਾਰ, ਤੂੰ ਪੁੱਠਾ ਲਟਕਿਆ ਸੈਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸਿਰ ਤੇਰਾ ਥੱਲੇ ਸੀ, ਪੈਰ ਤੇਰੇ ਉੱਤੇ ਸਨ, ਉਹਦੇ ਹੁਕਮ ਵਿੱਚ ਫੇਰਾ ਤੇਰਾ ਜਨਮ ਹੋਇਆ ਹੈ। ਗੁਰਮੁਖ ਦਰਗਹਿ ਜਾਣੀਐ ਪਿਆਰੇ। ਜਿਹੜੇ ਗੁਰਮੁਖ ਜੀਵਨ ਜਿੰਦੇ ਨੇ, ਸਤਿਗੁਰਾਂ ਦੇ ਸਨਮੁਖ ਰਹਿ ਕੇ ਜ਼ਿੰਦਗੀ ਬਤੀਤ ਕਰਦੇ ਨੇ, ਪਰਮੇਸ਼ਵਰ ਦੀ ਦਰਗਾਹ ਵਿੱਚ ਉਹ ਜਾਣੇ ਜਾਂਦੇ ਹਨ। ਚੱਲੈ ਕਾਰਜ ਸਾਰ, ਉਹ ਆਪਣੀ ਜ਼ਿੰਦਗੀ ਦਾ ਜਿਹੜਾ ਕਾਰਜ ਕਹੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਇਸ ਕਾਰਜ ਨੂੰ ਸੰਪੂਰਨ ਕਰ ਜਾਂਦੇ ਹਨ। ਹੁਕਮੈ ਅੰਦਰ ਆਇਆ ਪਿਆਰੇ। ਪਰ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੀ ਇਹ ਜੀਵ ਸੰਸਾਰ ਤੇ ਆਉਂਦਾ ਹੈ। ਹੁਕਮੇ ਜਾਦੋ ਜਾਏ, ਤੇ ਉਸ ਦਾ ਹੁਕਮ ਜਦੋਂ ਵਰਤਦਾ ਜਿਹੜਾ ਆਇਆ ਹੈ, ਉਹਨੇ ਹੁਕਮ ਵਿੱਚ ਜਾਣਾ ਵੀ ਹੈ। ਹੁਕਮੇ ਬਨ ਚਲਾਈਐ ਪਿਆਰੇ। ਕੁਝ ਐਸੇ ਵੀ ਜੀਵ ਨੇ ਜਿਹੜੇ ਪਰਮਾਤਮਾ ਵਾਹਿਗੁਰੂ ਜੀ ਨੂੰ ਭੁਲਾ ਦਿੰਦੇ ਨੇ, ਜੋ ਲੰਮਾ ਪਸਾਰਾ ਕਰਕੇ ਕਹਿਣ ਅਸੀਂ ਕਦੀ ਨਹੀਂ ਜਾਣਾ, ਇਹ ਰਾਜ ਭਾਗ, ਇਹ ਐਸ਼ੋ ਆਰਾਮ, ਇਹ ਦੁਨੀਆ ਦਾ ਸੁਖ। ਨਾ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਇਹੋ ਜਿਹੇ ਮਨਮੁੱਖਾਂ ਨੂੰ ਹੁਕਮ ਵਿੱਚ ਬੰਨ੍ਹ ਕੇ ਅੱਗੇ ਲਾਇਆ ਜਾਂਦਾ ਹੈ। ਉਹ ਆਪਣੀ ਮਰਜ਼ੀ ਨਾਲ ਨਹੀਂ ਰਹਿ ਸਕਦੇ। ਮਨਮੁਖ ਲਹੈ ਸਜਾਏ, ਐਸੇ ਮਨਮੁਖ ਬੰਦੇ ਜਿਹੜੇ ਨੇ ਉਹ ਫਿਰ ਸਜ਼ਾ ਭੁਗਤਦੇ ਹਨ। ਹੁਕਮੇ ਸ਼ਬਦ ਪਛਾਣੀਐ ਪਿਆਰੇ। ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੀ ਸ਼ਬਦ ਬ੍ਰਹਮ ਦੀ ਪਹਿਚਾਣ ਹੁੰਦੀ ਹੈ। ਦਰਗਹਿ ਪੈਦਾ ਜਾਏ, ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ ਵਿੱਚ ਉਹਦੇ ਹੁਕਮ ਵਿੱਚ ਹੀ ਥਾਂ ਮਿਲਦੀ ਹੈ। ਹੁਕਮੇ ਗਣਤ ਗਣਾਈਐ ਪਿਆਰੇ। ਫਿਰ ਵੇਖੋ ਪ੍ਰਮਾਤਮਾ ਦੀ ਖੇਡ, ਜੇ ਹੁਕਮ ਵਿੱਚ ਸ਼ਬਦ ਪਛਾਣਦਾ ਹੈ, ਹੁਕਮ ਵਿੱਚ ਬੰਦਗੀ ਕਰਦਾ ਹੈ, ਤੇ ਦੂਜੇ ਪਾਸੇ ਉਹਦੇ ਹੁਕਮ ਵਿੱਚ ਹੀ ਲੋਕ ਮਾਇਆ ਦੀਆਂ ਗਿਣਤੀਆਂ ਮਿੰਤੀਆਂ ਚ ਪਏ ਨੇ, ਮੇਰ ਤੇਰ ਵਿੱਚ ਪਏ ਨੇ, ਈਰਖਾ ਦੀ ਅੱਗ ਵਿੱਚ ਸੜ ਰਹੇ ਨੇ। ਕਹਿੰਦੇ ਇਹ ਗਿਣਤੀਆਂ ਮਿਣਤੀਆਂ ਵੀ ਤੇਰੇ ਹੁਕਮ ਵਿੱਚ ਹਨ। ਹੁਕਮੇ ਹਉਮੈ ਦੋਏ, ਹੁਕਮ ਦੇ ਵਿੱਚ ਹੀ ਹਉਮੈ ਵਰਤਦੀ ਹੈ, ਹੁਕਮ ਦੇ ਵਿੱਚ ਹੀ ਦਵੈਸ਼ ਵਰਦੀ। ਦੋਏ ਦਾ ਅਰਥ ਹੈ ਦਵੈਸ਼, ਕਿਉਂਕਿ ਸਮਾਂ ਪੂਰਾ ਜਿਹਾ ਹੈ। ਇਹ ਬਹੁਤ ਗਹਿਰਾ ਸਬਜੈਕਟ ਹੈ ਹੁਕਮ ਤੇ ਹਉਮੈ ਦਾ, ਕਿਉਂਕਿ ਹਉਮੈ ਵੀ ਹੁਕਮ ਤੋਂ ਬਿਨਾਂ ਨਹੀਂ ਹੋ ਸਕਦੀ। ਹਉਮੈ ਇਹੋ ਹੁਕਮ ਹੈ, ਪੈ ਕਿਰਤ ਫਿਰਾਹੇ। ਜੇ ਹਉਮੈ ਹੁਕਮ ਵਿੱਚੋਂ ਪੈਦਾ ਹੋਈ ਏ, ਇਹ ਮਿਟਦੀ ਵੀ ਤਾਂ ਵੇ ਜੇ ਹੁਕਮ ਬੁੱਝਾਂਗੇ ਤਾਂ। ਮੈਂ ਹੁਣੇ ਬੇਨਤੀ ਕੀਤੀ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਹੁਕਮ ਤੋਂ ਬਿਨਾਂ ਕੁਛ ਨਹੀਂ। ਇਉਂ ਕਹੋ ਇਹਨਾਂ ਤੁਕਾਂ ਦਾ ਸਿੱਧੇ ਅਰਥ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ, ਇਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਹੀਐ। ਮਹਾਰਾਜ ਇਹੀ ਸ਼ਬਦ ਕਹਿ ਰਹੇ ਨੇ, ਹੁਕਮ ਦੇ ਵਿੱਚ ਮਨਮੁਖ ਬੰਦੇ ਨੂੰ ਸਜ਼ਾ ਮਿਲਦੀ ਹੈ, ਹੁਕਮ ਦੇ ਵਿੱਚ ਸ਼ਬਦ ਪਛਾਣਦਾ ਹੈ, ਹੁਕਮ ਵਿੱਚ ਹਉਮੈ ਤੇ ਦਵੈਸ਼ ਹੈ। ਹੁਕਮੇ ਭਵੈ ਭਵਾਈਐ ਪਿਆਰੇ। ਹੁਕਮ ਦੇ ਵਿੱਚ ਹੀ ਬੰਦਾ ਜਨਮਾਂ ਮਰਨ ਦੀ ਭਟਕਣਾ ਵਿੱਚ ਪਿਆ ਰਹਿੰਦਾ ਹੈ। ਅਵਗੁਣ ਮੁਠੀ ਰੋਏ, ਇਹ ਸਾਰੀ ਲੁਕਾਈ ਜਿਹੜੀ ਅਵਗੁਣਾਂ ਦੀ ਲੁੱਟੀ ਹੋਈ ਰੋ ਰਹੀ ਹੈ। ਹੁਕਮ ਸਿਆਪੈ ਸਾਹ ਕਾ ਪਿਆਰੇ। ਪਿਆਰੇ, ਉਹ ਜਿਹੜਾ ਪਰਪਾਰ ਬ੍ਰਹਮ ਪਰਮੇਸ਼ਵਰ ਹੈ, ਉਸ ਸ਼ਾਹ ਦੇ ਹੁਕਮ ਨਾਲ ਹੀ ਪਹਿਚਾਨ ਹੁੰਦੀ ਹੈ। ਸੱਚ ਮਿਲੈ ਵਡਿਆਈ ਹੋਏ, ਉਸ ਸ਼ਾਹ ਦੀ ਦਾਤ ਜਿਹੜੀ ਨਾਮ ਦੀ ਦਾਤ, ਜੋ ਸੱਚ ਮਿਲਦਾ ਹੈ ਤਾਂ ਹੀ ਵਡਿਆਈ ਹੁੰਦੀ ਹੈ। ਆਖਣ ਔਖਾ ਆਖੀਐ ਪਿਆਰੇ। ਪਾਰ ਬ੍ਰਹਮ ਪਰਮੇਸ਼ਵਰ ਨਾਮ ਬਾਰੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਉਹਨੂੰ ਆਖਣਾ, ਉਹਨੂੰ ਜਪਣਾ ਬਹੁਤ ਔਖਾ ਹੈ। ਕਿਉਂ ਸੁਣੀਐ ਸਚ ਨਾਉ, ਕਿਵੇਂ ਉਸ ਸੱਚੇ ਪਰਮਾਤਮਾ ਦੇ ਨਾਮ ਨੂੰ ਸੁਣ ਸਕਦੇ ਹਾਂ। ਜਿਨੀ ਸੋ ਸਾਲਾਹਿਆ ਪਿਆਰੇ। ਪਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਨੂੰ ਸਲਾਹਿਆ ਹੈ, ਹਉ ਤਿੰਨ ਬਲਿਹਾਰੈ ਜਾਉ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰ ਰਹੇ ਨੇ, ਇਹੋ ਜਿਹੇ ਗੁਰਮੁਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ।
ਜਿਨ੍ਹਾਂ ਨੇ ਸੱਚੇ ਪਰਮਾਤਮਾ ਨੂੰ ਸਲਾਇਆ ਹੈ। ਨਾਉ ਮਿਲੈ ਸੰਤੋਖੀਆਂ ਪਿਆਰੇ। हे ਪਾਰ ਬ੍ਰਹਮ ਪਰਮੇਸ਼ਵਰ ਜੀ, ਕਿਰਪਾ ਕਰੋ ਇਹੋ ਜਿਹਾ ਨਾਮ ਸਲਾਉਣ ਵਾਲਿਆਂ ਦੀ ਸੰਗਤ ਮਿਲ ਜਾਏ, ਨਾਮ ਦੀ ਦਾਤ ਮਿਲ ਜਾਏ, ਤੇ ਮੈਂ ਆਪਣੇ ਅੰਦਰ ਸੰਤੋਖ ਨਾਲ ਪੂਰਨ ਤੌਰ ਤੇ ਤ੍ਰਿਪਤ ਹੋ ਜਾਵਾਂ। ਨਦਰੀ ਮੇਲ ਮਿਲਾਓ। ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੀ ਨਦਰ ਨਾਲ, ਉਹਦੀ ਕਿਰਪਾ ਨਾਲ ਮਿਲਾਪ ਹੋ ਸਕੇ। ਕਾਇਆ ਕਾਗਦ ਜੇਥੀਐ ਪਿਆਰੇ। ਸਤਿਗੁਰੂ ਮਹਾਰਾਜ ਅਖੀਰ ਵਿੱਚ ਅੰਦਰ ਨਾਮ ਲਿਖਣ ਦੀ ਗੱਲ ਕਰ ਰਹੇ ਆ। ਜਿਵੇਂ ਆਪਾਂ ਕਾਗਜ਼ ਦੇ ਉੱਤੇ ਕਲਮ ਨਾਲ, ਸ਼ਾਹੀ ਨਾਲ ਲਿਖਨੇ ਆ, ਹਜ਼ੂਰ ਬਖਸ਼ਿਸ਼ ਕਰਦੇ ਨੇ, ਭਾਈ ਇਸ ਕਾਇਆ ਨੂੰ ਆਪਣਾ ਕਾਗਦ ਬਣਾ, ਕਾਇਆ ਕਾਗਦ ਬਣ ਜਾਏ। ਮਨ ਮਸਵਾਣੀ ਧਾਰ। ਮਨ ਮਸਵਾਣੀ, ਮਸਵਾਣੀ ਦਾ ਅਰਥ ਹੈ ਜਿਹਦੇ ਵਿੱਚ ਸ਼ਾਹੀ ਪਾਨਿਆ ਦਵਾਤ। ਤੇਰੀ ਕਾਇਆ ਕਾਗਜ਼ ਬਣ ਜਾਏ, ਕਾਇਆ ਨੂੰ ਕਾਗਜ਼ ਬਣਾ ਲਈਏ, ਤੇ ਜਿਹੜਾ ਮਨ ਹੈ ਇਸ ਨੂੰ ਸ਼ਾਹੀ ਦੀ ਦਵਾਤ ਬਣਾਈਏ। ਲਲਤਾ ਲੇਖਣ ਸੱਚ ਕੀ ਪਿਆਰੇ। ਪਿਆਰਿਓ, ਜਿਹੜੀ ਆ ਸਾਡੀ ਜ਼ਬਾਨ ਹੈ, ਇਹ ਜਿਹੜੀ ਚੱਲ ਰਹੀ ਹੈ, ਇਹਨੂੰ ਪਰਮੇਸ਼ਵਰ ਦਾ ਨਾਮ ਲਿਖਣ ਵਾਸਤੇ ਕਲਮ ਦਾ ਕੰਮ ਲਈਏ। ਫਿਰ ਬੇਨਤੀ, ਕਾਇਆ ਕਾਗਜ਼ ਹੋਵੇ, ਮਨ ਸ਼ਾਹੀ ਦੀ ਦਵਾਤ ਹੋਵੇ, ਤੇ ਜਿਹੜੀ ਸਾਡੀ ਰਸਨਾ ਹੈ, ਜ਼ਬਾਨ ਹੈ, ਜਿਹਦੇ ਨਾਲ ਬੋਲਦੇ ਹਾਂ, ਇਹ ਸੰਸਾਰਕ ਤੌਰ ਤੇ ਬਹੁਤ ਚੱਲਦੀ ਹੈ। ਇਹਨੂੰ ਆਪਣੇ ਹਿਰਦੇ ਵਿੱਚ ਨਾਮ ਲਿਖਣ ਵਾਸਤੇ ਕਲਮ ਦਾ ਕੰਮ ਲਈਏ। ਹਰ ਗੁਣ ਲਿਖੋ ਵਿਚਾਰ। ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਜਿਹੜੇ ਗੁਣ ਨੇ, ਜਿਵੇਂ ਆਪਾਂ ਫਿਰ ਬੇਨਤੀ ਹੈ ਕਿ ਆਪਾਂ ਰਸਨਾ ਨਾਲ ਕੋਈ ਚੀਜ਼ ਚੱਖਨੇ ਆ, ਖਾਣੇ ਆ, ਚਲੋ ਦੰਦ ਚਬਾਉਂਦੇ ਨੇ, ਰਸਨਾ ਸਵਾਦ ਲੈਂਦੀ, ਉਹ ਵਸਤੂ ਸਾਡੇ ਧੁਰ ਅੰਦਰ ਚਲੀ ਜਾਂਦੀ ਹੈ। ਫਿਰ ਬੇਨਤੀ ਹੈ, ਰੋਮ ਰੋਮ ਵਿੱਚ ਰੱਜ ਜਾਂਦੀ ਹੈ, ਨਸਾਂ ਵਿੱਚ ਉਹ એનર્ਜੀ, ਤਾਕਤ ਰੱਜ ਜਾਂਦੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਭਾਈ ਆਪਣੀ ਰਸਨਾ ਨੂੰ ਕਲਮ ਬਣਾ। ਕਲਮ ਸਿਰਫ ਬਾਹਰ ਦੇ ਕਾਗਜ਼ ਉੱਤੇ ਅੱਖਰ ਲਿਖਦੀ ਹੈ, ਖਰੂਫ ਲਿਖਦੀ ਹੈ, ਸ਼ਬਦ ਲਿਖਦੀ ਹੈ। ਜਦੋਂ ਕਾਇਆ ਕਾਗਜ਼ ਬਣ ਜਾਏਗੀ, ਮਨ ਸ਼ਾਹੀ ਦੀ ਦਵਾਤ ਬਣ ਜਾਏਗਾ, ਰਸਨਾ ਨਾਲ ਤੂੰ ਵਾਹਿਗੁਰੂ ਬੋਲੇਗਾ, ਤੇ ਰਸਨਾ ਨਾਲ ਲਿਖਿਆ ਹੋਇਆ ਤੇਰੇ ਧੁਰ ਹਿਰਦੇ ਵਿੱਚ ਉਤਰ ਜਾਏਗਾ। ਰਸਨਾ ਨਾਲ ਜਪੇਗਾ, ਇਹ ਅੰਦਰ ਵਸ ਜਾਏਗਾ। ਧਨ ਲਿਖਾਰੀ ਨਾਨਕਾ ਪਿਆਰੇ। ਬਹੁਤ ਕੁਝ ਲਿਖਣ ਵਾਲੇ ਹੋਏ ਲਿਖਾਰੀ, ਪਰ ਧੰਤਾ ਜੋਗੋ ਲਿਖਾਰੀ ਨੇ। ਕਿਹੜੇ ਲਿਖਾਰੀ? ਸੱਚ ਲਿਖੈ ਔਰ ਧਾਰ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪਣੇ ਹਿਰਦੇ ਦੇ ਵਿੱਚ ਸੱਚ ਨੂੰ ਲਿਖ ਲਿਆ ਹੈ। ਇਹ ਅਸੀਂ ਸਮੇਂ ਅਨੁਸਾਰ ਅੱਖਰੀ ਅਰਥ ਸਿਰਫ ਕੀਤੇ ਆ ਜੀ। ਕਾਲ ਦੀ ਖਿਮਾ ਬਖਸ਼ ਦਿਆ ਜੇ। ਮੈਂ ਆਪ ਨੂੰ ਆਰਾਮ ਵਿੱਚ ਕਿਹਾ ਕਿ ਇਹ ਦਿਨ ਬਹੁਤ ਹੀ ਇਤਿਹਾਸ ਵਿੱਚ ਥਾਂ ਰੱਖਦੇ ਨੇ ਜਿਹੜੇ ਚੱਲ ਰਹੇ ਨੇ, ਕਿਉਂਕਿ ਆਪਾਂ ਥਾਂ ਪਰ ਥਾਂ ਸੁਣਨੇ ਵੀ ਖਾਂ। ਇਹ ਸਾਰਾ ਜਿਹੜਾ ਘਟਨਾਕ੍ਰਮ ਗੁਰਦੁਆਰਾ ਨਨਕਾਣਾ ਸਾਹਿਬ ਦਾ ਵਾਪਰਿਆ, ਮਹੰਤ ਨਰਾਇਣ ਦਾਸ, ਜਿਹਨੂੰ ਮਹੰਤ ਨਰਾਇਣੂ ਵੀ ਕਹਿੰਦੇ ਨੇ, ਆਪਾਂ ਪਾਦੇ ਬਾਚਕਾ ਕਹਿੰਦੇ ਆਪਾਂ। ਮੈਂ ਆਪ ਨੂੰ ਬੇਨਤੀ ਕਰਾਂ ਕਿ ਕੌਮਾਂ ਧਿਆਨ ਨਾਲ ਸੁਣਿਓ। ਜੋ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਜਦੋਂ ਧਰਮ ਅਸਥਾਨ ਦਾ ਪ੍ਰਬੰਧ ਤੇ ਧਰਮ ਅਸਥਾਨ ਤੇ ਬੈਠਾ ਹੋਇਆ ਬੰਦਾ ਭ੍ਰਸ਼ਟ ਜਾਏ ਨਾ, ਯਾਦ ਰੱਖੋ ਉਦੋਂ ਕੌਮਾਂ ਖਤਮ ਹੋਣ ਲੱਗ ਪੈਂਦੀਆਂ। ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੋਬਤਾ ਇਵ ਜਗ। ਇਹ ਜਿਹੜਾ ਘਟਨਾਕ੍ਰਮ ਵਾਪਿਆ, ਕਿਉਂਕਿ ਇਹਦੇ ਲਈ ਇਹ ਕੌਮੇ 'ਚ ਨਹੀਂ ਕਹਿ ਰਿਹਾ, ਕਈ ਦਿਨਾਂ ਦਾ ਸਮਾਂ ਚਾਹੀਦਾ ਇੱਕ ਇੱਕ ਸਿੰਘ ਦਾ ਵੇਰਵਾ ਦੇਣ ਲਈ। ਕਿੱਥੋਂ ਦਾ ਜੰਮਪਲ ਸੀ, ਕਦੋਂ ਗਿਆ, ਕੱਲ ਗਿਆਨੀ ਜੀ ਕੁਝ ਥੋੜਾ ਜਿਹਾ ਵੇਰਵਾ ਦੇ ਕੇ ਵੀ ਗਏ। ਮੈਂ ਆਪ ਨੂੰ ਬੇਨਤੀ ਕਰਾਂਗਾ, ਉੱਥੇ ਜੋ ਵਰਤਾਰਾ ਹੁੰਦਾ ਸੀ, ਨਸ਼ਾ ਚੱਲਣਾ, ਸ਼ਰਾਬ ਚੱਲਣਾ, ਉੱਥੇ ਹਰ ਪਾਪ ਹੋ ਰਿਹਾ ਸੀ। ਜਿੱਥੇ ਨਨਕਾਣਾ ਸਾਹਿਬ ਦੀ ਵਿਹੜੇ ਵਿੱਚ ਗੁਰੂ ਨਾਨਕ ਸਾਹਿਬ ਨੇ ਧਨ ਨਿਰੰਕਾਰ ਦੀ ਧੁਨੀ ਲਾਈ, ਉੱਥੇ ਸੱਚੀ ਮੁੱਚੀ ਵੇਸ਼ਵਾਵਾਂ ਨੂੰ ਬੁਲਾ ਕੇ ਨਾਚ ਵੀ ਕਰਾਏ ਗਏ ਸਨ। ਉੱਥੇ ਸਿੰਧੀ ਜੱਜ ਦੀ 13 ਸਾਲ ਦੀ ਬੇਟੀ ਦੀ ਪੱਤ ਵੀ ਲੁੱਟੀ ਗਈ ਸੀ। ਉੱਥੇ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਇਸ਼ਨਾਨ ਕਰਦਿਆਂ ਦੇ ਕੇਸਾਂ ਨੂੰ ਵੀ ਜਿਹੜਾ ਇਹ ਸਮਝੋ ਵੀ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ। ਜਿਹੜਾ ਘਟਨਾਕ੍ਰਮ ਵਾਪਰਿਆ, ਸਨਮਾਨਯੋਗ ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਧਾਰੋਵਾਲ, ਮੈਂ ਆਪ ਨੂੰ ਬੇਨਤੀ ਕੀਤੀ, ਕਿਉਂਕਿ ਆਮ ਤੌਰ ਤੇ ਅਸੀਂ 21 ਫਰਵਰੀ ਸਾਰੇ ਕਹਿੰਦੇ ਆ। ਜਿਹੜੀ ਕਿਤਾਬ ਸ਼੍ਰੋਮਣੀ ਕਮੇਟੀ ਨੇ ਵੀ ਛਾਪੀ ਹੈ, ਸ਼ਹੀਦੀ ਜੀਵਨ
ਭਾਈ ਗੁਰਬਖਸ਼ ਸਿੰਘ ਜੀ ਸ਼ਮਸ਼ੇਰ ਚੋਬਾਲੀਆ, ਉਹ ਮੈਂ ਬੇਨਤੀ ਕਰਨਾ ਉਹਨਾਂ ਬਹੁਤ ਡੀਟੇਲ ਨਾਲ ਉਹਨਾਂ ਦਿੱਤਾ ਹੈ, ਤੇ ਉਹ ਕਿਤਾਬ ਪੜ੍ਹਨ ਵਾਲੀ ਹੈ, ਇੱਥੋਂ ਮਿਲਦੀ ਹੈ। ਉਹਦੇ ਵਿੱਚ 10 ਫੱਗਣ ਨੂੰ 5:45 ਵਜੇ ਜਥਾ ਜਾਂਦਾ ਹੈ। ਫਿਰ ਬੇਨਤੀ ਹੈ, ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਉਹ ਆਪਣੇ ਪਿੰਡ ਧਾਰੋਵਾਲੀ ਤੋਂ ਤੁਰਦੇ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਤੁਰਦੇ ਆ। ਮੈਂ ਬੜਾ ਸੰਖੇਪ ਜਿਹਾ ਜੀ ਸਮੇਂ 'ਚ ਰਹਿ ਕੇ, ਮੈਂ ਜ਼ਿਆਦਾ ਟਾਈਮ ਨਹੀਂ ਲਾਂਗਾ, ਕਿ ਦੇਖੋ ਜਦੋਂ ਘਰੋਂ ਤੁਰਦੇ ਆ, ਕੇਸੀ ਇਸ਼ਨਾਨ ਕਰਦੇ ਆ, ਉਹਨਾਂ ਦੇ ਘਰੋਂ ਮਾਤਾ ਇੰਦਰ ਕੌਰ ਜੀ ਉਹ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਨੇ। ਭਾਈ ਸਾਹਿਬ ਜੀ ਅਰਦਾਸ ਹੈ, ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਦਰਬਾਰ ਵਿੱਚ ਭ੍ਰਸ਼ਟ ਲੋਕ ਨੇ, ਆਚਰਨ ਤੋਂ ਗਿਰੇ ਹੋਏ ਨੇ, ਜਿੱਥੇ ਅੰਮ੍ਰਿਤ ਦੀ ਫੁਹਾਰ ਨਿਕਲਦੀ ਹੈ ਉੱਥੇ ਜ਼ਹਿਰ ਘੁਲਿਆ ਪਿਆ ਹੈ। ਸੱਚੇ ਪਾਤਸ਼ਾਹ ਕਿਸੇ ਤੇ ਹੱਥ ਨਹੀਂ ਚੁੱਕਣਾ, ਕਿਸੇ ਨੂੰ ਸ਼ਬਦ ਮਾੜਾ ਨਹੀਂ ਬੋਲਣਾ, ਤੇਰੇ ਚਰਨਾਂ 'ਚ ਬੇਨਤੀ ਹੈ ਆਪਣੇ ਘਰ ਦੀ ਸੇਵਾ ਦਾ ਪ੍ਰਬੰਧ ਜੀਵਨ ਵਾਲੇ ਪੰਥ ਨੂੰ ਦੇ ਦੇ। ਅਰਦਾਸ ਕਰਕੇ ਤੁਰੇ ਜੀ, ਤੇ ਹੁਕਮਨਾਮਾ ਆਇਆ ਸੂਈ ਰਾਗ 'ਚ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤੇ ਆਈ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵੀ ਸੋਖ ਮਨਾਈ। ਅਗਲੀਆਂ ਤੁਕਾਂ ਸਨ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਤੁਰੇ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵ ਹੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰਾ, ਹਰ ਮੇਲ ਲਿਖੋ ਵਡਿਆਈ। ਇੱਥੋਂ ਜਥਾ ਤੁਰਦਾ, ਨਿਜ਼ਾਮਪੁਰ ਦੇਵਾ ਸਿੰਘ ਵਾਲੇ ਆਉਂਦੇ ਨੇ, ਇੱਥੇ ਹੋਰ ਸਿੰਘ ਨਾਲ ਰਲਦੇ ਨੇ ਜੀ। ਇਤਿਹਾਸ ਕਹਿੰਦਾ ਹੈ ਇੱਥੇ ਦੂਜੀ ਅਰਦਾਸ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ। ਇਸ ਦੂਜੀ ਅਰਦਾਸ ਤੋਂ ਬਾਅਦ ਜਥਾ ਜਦੋਂ ਹੁਕਮ ਲੈਂਦਾ ਹੈ ਤੇ ਹੁਕਮਨਾਮਾ ਫਿਰ ਆ ਜਾਂਦਾ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮੇਰੀ ਬੇਨਤੀ 10 ਫੱਗਣ ਨੂੰ 20 ਫਰਵਰੀ ਨੂੰ ਤਕਰੀਬਨ 5:45 ਵਜੇ ਸਵੇਰ ਦੇ ਅੰਮ੍ਰਿਤ ਵੇਲੇ ਤੋਂ ਬਾਅਦ 5:45 ਵਜੇ ਦੇ ਕਰੀਬ ਇਹ 10 ਜਥਾ ਅੰਦਰ ਪ੍ਰਵੇਸ਼ ਕਰਦਾ। ਮੈਂ ਬਾਕੀ ਕੋਈ ਜ਼ਿਕਰ ਨਹੀਂ ਕਰ ਰਿਹਾ ਕਿ ਰੋਕਣ ਦਾ ਯਤਨ ਕੀਤਾ, ਮੈਂ ਸਿਰਫ ਮੇਰਾ ਮਤਲਬ ਇੰਨਾ ਹੈ ਕਿ ਆਪਾਂ ਸੰਸਕਾਰ ਤੱਕ ਗੱਲ ਜ਼ਰੂਰ ਕਰ ਜਾਈਏ। ਜਦੋਂ ਜਥਾ ਉੱਥੇ ਪਹੁੰਚਦਾ ਹੈ, ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਜਾਂਦੇ ਆ। ਉੱਥੇ ਆਪ ਨੂੰ ਪਤਾ ਗੋਲੀਆਂ ਚੱਲਦੀਆਂ ਨੇ, ਪੀਪੇ ਤੇਲ ਦੇ ਸਨ ਜੀ, ਉੱਥੇ ਮਿੱਟੀ ਦਾ ਤੇਲ, ਸ਼ਰਾਬ ਨਾਲ ਰੱਜੇ ਹੋਏ ਬਦਮਾਸ਼ ਸਨ, 10 ਨੰਬਰੀ ਸਨ ਕਈ, ਗੋਲੀਆਂ ਚੱਲਦੀਆਂ ਨੇ। ਪਰ ਕੋਈ ਵੀ ਸਿੰਘ ਜਿਹੜਾ ਹੈ ਨਾ ਅੱਗੋਂ ਕਬੂਲ ਬੋਲਦਾ ਹੈ, ਨਾ ਹੱਥ ਚੁੱਕਦਾ ਹੈ, ਗੋਲੀਆਂ ਨਾਲ ਭੁੰਨ ਕੇ ਫਿਰ ਉਹਨਾਂ ਦੇ ਟੁਕੜੇ ਕਰਦੇ ਆ। ਸੱਚ ਐਵੇਂ ਜਿਉਂਦਿਆਂ ਦੇ ਟੁਕੜੇ ਕਰ ਰਹੇ ਆ। ਮੈਂ ਇੱਕ ਆਪ ਜੀ ਨੂੰ ਨਿੱਕੀ ਜੀ ਉਦਾਹਰਨ ਦੇ ਦੇਣਾ। ਇੱਕ ਸਿੰਘ, ਉਹਦੀ ਗਰਦਨ ਥੋੜੀ ਜਿਹੀ ਕੱਟੀ ਗਈ ਹੈ, ਇੱਕ ਪਾਸੇ ਲਟਕੀ ਹੋਈ ਹੈ। ਇੱਕ ਨਿਹਾਲ ਸਿੰਘ ਸੀ ਉਹਨਾਂ ਵਿੱਚ ਹਮਲਾ ਕਰਨ ਵਾਲਿਆਂ ਵਿੱਚ, ਉਹ ਆਵਾਜ਼ ਦੇ ਕੇ ਉਹਨੂੰ ਕਹਿੰਦਾ ਹੈ, ਉਹ ਨਿਹਾਲ ਸਿੰਘ ਕਹਿੰਦਾ ਕੀ ਖੱਟਿਆ ਗੁਰਦੁਆਰੇ ਆ ਕੇ। ਜੇ ਸਿੰਘ ਨੂੰ ਫੱਟ ਵੱਜਾ, ਇੰਨੀ ਕੋਈ ਗੱਲ ਕਹਿੰਦਾ ਹੈ, ਪਾਣੀ ਪਿਆ ਦੇ, ਪਾਣੀ ਪਿਆ ਦੇ। ਉਹ ਬੌਲੀ ਤੋਂ ਪਾਣੀ ਦਾ ਕਟੋਰਾ ਭਰ ਕੇ ਲਿਆਉਂਦਾ ਹੈ। ਇੰਨੀ ਦੇਰ ਨੂੰ ਇੱਕ ਸ਼ਰਾਬ 'ਚ ਧੁੱਤ ਹੋਇਆ ਲੱਦੂ ਬਦਮਾਸ਼, ਉਹ ਆਉਂਦਿਆਂ ਸਾਰ ਅੱਧਾ ਨਾਂ ਲੈ ਕੇ ਉਸ ਬੰਦੇ ਦਾ, ਕਿਉਂਕਿ ਉਹ ਬਲਾਵਰਾ 'ਚ ਕਹਿੰਦਾ ਨਿਹਾਲੂ ਇਹਨਾਂ ਕਾਲੀਆਂ ਨੂੰ ਪਾਣੀ ਪਿਆਣ ਆ ਗਏ। ਸੱਚ ਉਹ ਬਾਟੀ ਪਾਣੀ ਦੀ ਰੋੜ ਦਿੰਦਾ ਹੈ, ਤੇ ਜਿਹੜਾ ਸਿੰਘ ਪਾਣੀ ਮੰਗ ਰਿਹਾ ਉਹ ਕਹਿੰਦਾ ਜੇ ਪਾਣੀ ਨਹੀਂ ਦੇਣਾ ਤੇ ਟੱਪਾ ਮਾਰ ਕੇ ਮੇਰੀ ਗਰਦਨ ਉਤਾਰ ਦੇ, ਮੈਂ ਸ਼ਹੀਦ ਹੋ ਜਾਵਾਂ। ਸੱਚਮੁੱਚ ਉਹਦੀ ਗਰਦਨ ਉਤਾਰੀ ਜਾਂਦੀ ਹੈ। ਤੁਸੀਂ ਹੈਰਾਨ ਹੋਵੋਗੇ, ਨਰੈਣ ਦਾਸ ਦਾ ਗੁਰਭਾਈ, ਚਲੋ ਗੁਰਭਾਈ ਸ਼ਬਦ ਵੀ ਮੈਨੂੰ ਬੜਾ ਮਾੜਾ ਲੱਗ ਰਿਹਾ ਨਾਲ ਹੀ ਵਰਤਣਾ, ਉਹ ਸਿੰਘਾਂ ਦੇ ਸ਼ਹੀਦਾਂ ਦੇ ਖੂਨ ਨੂੰ ਚੱਟਦਾ ਉਂਗਲਾਂ ਲਾ ਲਾ ਕੇ। ਮੇਰੇ ਕਹਿਣ ਤੋਂ ਮੁਰਾਦ ਭਾਈ ਲਛਮਣ ਸਿੰਘ ਜੀ ਨੂੰ ਗੋਲੀਆਂ ਵੱਜਦੀਆਂ ਨੇ, ਭਾਈ ਦਲੀਪ ਸਿੰਘ ਜੀ ਨੂੰ ਬਾਹਰ ਆਵੇ ਸੱਟਿਆ ਜਾਂਦਾ ਹੈ। 10 ਫੱਗਣ 20 ਫਰਵਰੀ ਨੂੰ ਇਹ ਸਾਰਾ ਘਟਨਾਕ੍ਰਮ ਵੱਢ ਟੁੱਕ ਚੱਲਦੀ ਹੈ। ਇਹਦੇ ਵਿੱਚ ਬੱਚਾ ਵੀ ਇੱਕ ਸ਼ਹੀਦ ਹੁੰਦਾ, ਦਰਬਾਰਾ ਸਿੰਘ ਜਰਗ ਪਿੰਡ ਦਾ। 21 ਫਰਵਰੀ ਨੂੰ 11 ਫੱਗਣ ਨੂੰ 2200 ਦਾ ਜਥਾ ਲੈ ਕੇ ਸਰਦਾਰ ਕਰਤਾਰ ਸਿੰਘ ਝੱਬਰ ਉਹ ਨਨਕਾਣਾ ਸਾਹਿਬ ਆਉਂਦਾ ਹੈ। ਹੁਣ ਇਹ ਜਿਹੜਾ 2200 ਦਾ ਜਥਾ ਹੈ, 200 ਦਾ ਇੱਕ ਇੱਕ ਜਥਾ ਬਣਾਇਆ, ਇੱਕ ਇੱਕ ਜਥੇਦਾਰ, ਹਰ ਇੱਕ ਦੇ ਹੱਥ ਵਿੱਚ
ਛਵੀ, ਕੁਹਾੜਾ, ਟਕਵਾਖ ਹੈ, ਇਹਨਾਂ ਨੂੰ ਚਾਬੀਆਂ ਦਿੱਤੀਆਂ ਜਾਂਦੀਆਂ ਨੇ। ਮੈਂ ਆਪ ਨੂੰ ਬੇਨਤੀ ਕਰਾਂਗਾ 22 ਫਰਵਰੀ ਨੂੰ 12 ਫੱਗਣ ਨੂੰ ਫਿਰ ਜਿਹੜਾ ਉੱਥੇ ਦੇਖਿਆ ਜਾਂਦਾ ਹੈ, ਗਵਰਨਰ ਵੀ ਆਉਂਦਾ ਹੈ, ਥਾਂ ਥਾਂ ਤੇ ਸੱਚੇ ਵੀ ਗੁਰਮੁਖੋ ਟੁਕੜੇ ਪਏ ਸਨ ਸ਼ਹੀਦਾਂ ਦੇ। ਮੈਂ ਆਪ ਨੂੰ ਬੇਨਤੀ ਕਰਾਂ ਉਸ ਵਿੱਚ ਸਰਦਾਰ ਨਰਾਇਣ ਸਿੰਘ ਜੀ ਬੀਗੇ ਜਿਹੜੇ ਉਸ ਵਕਤ ਖਾਲਸਾ ਕਾਲਜ ਪੜ੍ਹਦੇ ਸਨ, ਉਹ ਉਸ ਜਥੇ ਵਿੱਚ ਗਏ ਨੇ ਜਦੋਂ ਦਰਵਾਜ਼ੇ ਖੁੱਲੇ ਨੇ। ਮੈਂ ਆਪ ਨੂੰ ਬੇਨਤੀ ਕਰਾਂ 10 ਫੱਗਣ ਨੂੰ ਸਾਕਾ ਵਾਪਰਿਆ, 11 ਸ਼ਾਮ ਤੱਕ ਚਾਬੀਆਂ ਮਿਲੀਆਂ, 12 ਫੱਗਣ ਨੂੰ ਖੋਲਿਆ ਗਿਆ, ਸਾਰੇ ਦੇਖਣ ਵਾਸਤੇ ਆਏ ਆ। 13 ਫੱਗਣ ਨੂੰ ਸ਼ਹੀਦਾਂ ਦਾ ਸੰਸਕਾਰ ਕੀਤਾ ਜਾਂਦਾ ਹੈ, 20 ਨੂੰ ਸਾਕਾ ਵਾਪਰਦਾ ਹੈ, 20, 21, 22 ਤੇ 23 ਫਰਵਰੀ ਦੇਸੀ ਮਹੀਨੇ ਦੀਆਂ ਤਰੀਕਾਂ ਮਿਤੇ। ਹੁਣ ਸਿਰਫ ਇੱਕ ਬੇਨਤੀ ਹੈ ਕਿ ਉਸ ਵਕਤ ਜਦੋਂ ਸੰਸਕਾਰ ਕੀਤਾ ਗਿਆ ਉਸ ਵਿੱਚ ਅੱਧ ਸੜੀਆਂ 4 ਲਾਸ਼ਾਂ ਮਿਲੀਆਂ ਨੇ, ਚਿਹਰੇ ਉਹਨਾਂ ਦੇ ਸਾਰੇ ਟਕਵੇ ਕੁਹਾੜੀਆਂ ਨਾਲ ਕੱਟੇ ਹੋਏ ਸਨ। 119 ਖੋਪੜੀਆਂ ਅੰਦਰੋਂ ਮਿਲੀਆਂ, ਸਿਰਫ ਖੋਪੜੀਆਂ, 7 ਖੋਪੜੀਆਂ ਬਾਹਰੋਂ ਕੁਹਾਰਾਂ ਦੇ ਆਵੀ ਵਿੱਚੋਂ ਮਿਲੀਆਂ, ਜੋ ਸਾਨੂੰ ਭਾਈ ਨਰਾਇਣ ਸਿੰਘ ਦੀ ਲਿਖਤ ਹੈ। 4 ਅੱਧ ਸੜੀਆਂ ਲਾਸ਼ਾਂ, 119 ਖੋਪੜੀਆਂ ਅੰਦਰੋਂ, 7 ਖੋਪੜੀਆਂ ਬਾਹਰੋਂ, ਤੇ ਗੁਰਮੁਖੋ ਤਕਰੀਬਨ 3 ਟੋਕਰੇ ਵੱਡੇ ਕੀਮਾ ਕੀਤੇ ਹੋਏ ਮਾਸ ਦੇ, 10 ਟੋਕਰੇ ਛੋਟੀਆਂ ਛੋਟੀਆਂ ਹੱਡੀਆਂ ਦੇ। ਜਿਹੜੀ ਚਿਖਾ ਚੁਣੀ ਗਈ, ਜਿਹੜਾ ਦਿਨ ਆਉਣਾ ਹੈ 23 ਨੂੰ, ਉਹ ਜਿਹੜੀ ਚਿਖਾ ਚੁਣੀ ਜਾਂਦੀ ਹੈ ਉਹਦੇ ਬਾਰੇ ਕਿਹਾ ਜਾਂਦਾ ਉਹ ਤਕਰੀਬਨ 20 ਫੁੱਟ ਲੰਮੀ ਤੇ 5 ਫੁੱਟ ਸ਼ਾਇਦ ਉਹ ਉੱਚੀ ਦਾ ਜ਼ਿਕਰ ਕਰਦੇ 8 ਫੁੱਟ, ਉਹਦੇ ਉੱਤੇ 24 ਗਜ ਜਿਹੜਾ ਉਹ ਕੱਪੜਾ ਪਾਇਆ ਜਾਂਦਾ ਹੈ। ਮੈਂ ਬੇਨਤੀ ਕਰਾਂ ਉਸ ਵਕਤ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ ਉਹ ਉੱਥੇ ਸਨ। ਜਦੋਂ ਉਹਨਾਂ ਨੇ ਸਾਕੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਜੋ ਸ਼੍ਰੀ ਅਕਾਲ ਤਖਤ ਤੇ ਸੇਵਾ ਵੀ ਹੋਈ ਸਰੂਪ ਦੀ, ਉਦੋਂ ਹੁਕਮਨਾਮਾ ਆਇਆ ਸੀ, ਤਪ ਤਪ ਲੋਇ ਲੋਇ ਖਾਤ ਮਰੋਰੂ, ਬਾਵਲ ਹੋਈ ਸੋਸ਼ੋ ਲੋਰੂ, ਤੈਸੈ ਮਨ ਮੈਂ ਕੀਆ ਰੋਸ, ਮੁਝ ਅਵਗੁਣ ਸ਼ੈ ਨਾਹੀ ਦੋਸ਼, ਕਾਲੀ ਕੋਇਲ ਤੂੰ ਕਿਤਗੁਣ ਕਾਲੀ, ਆਪਣੇ ਪ੍ਰੀਤਮ ਕਹਿਹੋਂ ਬਿਰਖ ਜਾਲੀ। ਪਿਆਰੋ ਉਸ ਵਕਤ ਚਿਖਾ ਚੰਦ ਦੀ ਜਿਹੜੀ ਸੇਵਾ ਸੀ ਸਾਰੀ ਇਹ ਭਾਈ ਸਾਹਿਬ ਭਾਈ ਤਖਤ ਸਿੰਘ ਜੀ ਨੂੰ ਦਿੱਤੀ ਗਈ। ਭਾਈ ਸਾਹਿਬ ਭਾਈ ਜੋਧ ਸਿੰਘ ਜੀ ਉਹਨਾਂ ਨੇ ਉਸ ਸਾਰੇ ਸਿੰਘਾਂ ਦੇ ਸੰਸਕਾਰ ਤੋਂ ਪਹਿਲਾਂ ਅਰਦਾਸ ਕੀਤੀ, ਕਿਉਂਕਿ ਉਸ ਵਕਤ ਕਈ ਤਰਕਵਾਦੀ ਇਹ ਕਹਿੰਦੇ ਹੁੰਦੇ ਸਨ ਕਿ ਸਿੱਖ ਕਹਿੰਦੇ ਨੇ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਬੰਦ ਕੱਟੇ, ਇਹ ਹੋ ਹੀ ਨਹੀਂ ਸਕਦਾ। ਉਸ ਵਕਤ ਭਾਈ ਜੋਧ ਸਿੰਘ ਜੀ ਉਹਨਾਂ ਕਿਹਾ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਆ, ਅਸੀਂ ਜੋ ਅਰਦਾਸ 'ਚ ਕਹਿੰਦੇ ਆ ਨਾ ਉਹ ਅੱਜ ਦੁਹਰਾ ਦਿੱਤਾ ਹੈ, ਸਿੱਖ ਬੰਦ ਕਟਾ ਸਕਦਾ ਹੈ। 23 ਫਰਵਰੀ ਨੂੰ ਉਹਨਾਂ ਦਾ ਸੰਸਕਾਰ ਕੀਤਾ ਗਿਆ। ਪਰ ਜਿਸ ਸੁਪਨੇ ਨੂੰ ਉਹ ਲੈ ਕੇ ਸ਼ਹੀਦ ਹੋਏ, ਪ੍ਰਬੰਧ ਚੰਗੇ ਹੋਣ, ਗ੍ਰੰਥੀ ਕਰਦਾਰ ਵਾਲੇ ਹੋਣ, ਪ੍ਰਬੰਧਕ ਉੱਚੇ ਕਰਦਾਰ ਵਾਲੇ ਹੋਣ, ਗੁਰੂ ਕੀ ਗੋਲਕ ਦੀ ਗਲਤ ਵਰਤੋਂ ਨਾ ਹੋਵੇ, ਮੇਰਾ ਖਿਆਲ ਉਹਨਾਂ ਦਾ ਸੁਪਨਾ ਹੀ ਬਣ ਕੇ ਰਹਿ ਗਿਆ, ਉਹ ਪੂਰਾ ਨਹੀਂ ਹੋ ਸਕਿਆ। ਇਹ ਸੱਚਾਈ ਹੈ। ਤੇ ਕੱਲਾ ਪ੍ਰਬੰਧ ਇੱਕ ਸ਼੍ਰੋਮਣੀ ਕਮੇਟੀ ਨਹੀਂ, ਯਾਦ ਰੱਖਿਓ ਛੋਟੇ ਤੋਂ ਛੋਟਾ ਗੁਰਦੁਆਰੇ, ਮਤਲਬ ਜਿੱਥੇ 4 ਸ਼ਰੀਰ ਵੀ ਗੁਰਦੁਆਰਾ ਬਣਾ ਕੇ ਬੈਠੇ ਨੇ, ਉਹਦੇ ਤੋਂ ਲੈ ਕੇ ਗੁਰਦੁਆਰੇ ਪ੍ਰਬੰਧ ਦਾ ਅਰਥ ਸਿਰਫ ਇੱਕ ਜਮਾਤ ਨਾਲ ਨਹੀਂ, ਦੇਸ਼ ਪ੍ਰਦੇਸ਼ ਵਿੱਚ ਜਿੱਥੇ ਵੀ ਗੁਰਦੁਆਰੇ ਦਾ ਪ੍ਰਬੰਧਕ ਹੈ, ਜੇ ਬੈਠਣ ਵਾਲਾ ਪ੍ਰਬੰਧਕ ਤੇ ਉੱਥੇ ਗੁਰੂ ਦੀ ਗੱਲ ਕਰਨ ਵਾਲੀ ਭ੍ਰਿਸ਼ਟਿਆ ਜਾਏਗਾ ਤੇ ਕੌਮ ਦਾ ਪ੍ਰਚਾਰ ਕੀ ਹੋਵੇਗਾ। ਇਹ ਸਭ ਨੂੰ ਪਤਾ, ਆਪਣੇ ਅੰਦਰ ਬੰਦੇ ਝਾਤੀ ਮਾਰ ਸਕਦੇ ਆ। ਆਓ ਜੀ, ਮੈਂ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਕਰ ਦਿੱਤੀ ਹੈ, ਕਿਉਂਕਿ ਇਸ ਲਈ ਕਾਫੀ ਦਿਨ ਚਾਹੀਦੇ ਆ ਸਾਕੇ ਵਾਸਤੇ। ਸਤਿਗੁਰਾਂ ਜੀ ਦੇ ਇਸ ਬਚਨ ਦੇ ਅੰਤਲੀ ਜਿਹੜੀਆਂ ਤੁਕਾਂ ਨੇ ਸਰਵਣ ਕਰੋ ਜੀ। ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ, ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਧਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਔਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ